2.5 ਸਾਲ ਮੈਨੂੰ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਨੂੰ ਇੱਕ ਪੰਕਤੀ ਨੂੰ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ। ਫਿਰ ਜਿਹੜਾ ਉਹ ਚੋਂ ਨਿਚੋੜ ਜਿੰਨਾ ਕੁ ਮੇਰੇ ਤੋਂ ਇਕੱਠਾ ਹੋਇਆ ਮੈਂ ਮਨ 'ਚ ਪਸਾਇਆ ਤੇ ਉਹ ਲੈ ਕੇ ਫਿਰ ਮੈਂ ਚੱਲ ਪਿਆ। ਘਰ ਘਰ ਜਾਂਦਾ ਮੈਂ। ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਹੋਏਗੀ ਨਿਊਟਰਲ, ਨਾ ਉਹਦਾ ਕਿਸੇ ਧਰਮ ਨਾਲ ਲਿੰਕ ਹੈ, ਨਾ ਉਹ ਕਿਸੇ ਜਾਤ ਨਾਲ ਕਨੈਕਟਡ ਹੈ। ਉਹਦਾ ਜਿਹੜਾ ਕਨੈਕਸ਼ਨ ਹੈਗਾ ਸਾਰਾ ਤੇ ਸਾਰਾ ਨਿਰੋਲ ਬੰਦੇ ਦੀ ਲਾਈਫ ਸਟਾਈਲ ਦੇ ਉੱਤੇ ਕਨੈਕਸ਼ਨ ਆ ਉਹਦਾ। ਸਪੋਰਟਸ ਦਾ ਟੀਚਰ ਹੈ, ਕੰਪਿਊਟਰ ਦਾ ਟੀਚਰ ਹੈ, ਥੋੜਾ ਪੰਜਾਬੀ ਦਾ ਟੀਚਰ ਹੈ, ਇੰਗਲਿਸ਼ ਦਾ ਟੀਚਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਨ ਦੇ ਟੀਚਰ ਨੇ ਤੇ ਇਹਦੇ ਬਾਰੇ ਕੋਈ ਸੀਰੀਅਸ ਹੀ ਨਹੀਂ ਹੈਗਾ। ਤਲਾਕ ਦਾ ਸਭ ਤੋਂ ਵੱਡਾ ਕਾਰਨ ਹੈ, ਕਾਪੀ ਪੈਨ ਚੱਕ ਕੇ ਲਿਖ ਲਓ ਮੇਰੇ ਵੱਲੋਂ, ਮਾਪਿਆਂ ਦੀ ਬੇਫਜ਼ੂਲ ਦੀ ਇੰਟਰਫੇਰੈਂਸ ਬੱਚਿਆਂ ਦੀ ਮੈਰਿਜ ਲਾਈਫ ਦੇ ਵਿੱਚ। ਕਿਸੇ ਦਾ ਰਿਜ਼ਲਟ ਮਾੜਾ ਆ ਗਿਆ ਸੁਸਾਈਡ ਕਰ ਲਿਆ, ਕਿਸੇ ਜ਼ਿਮੀਦਾਰ ਦੀ ਫਸਲ ਸੜ ਗਈ ਉਹ ਸੁਸਾਈਡ ਕਰ ਲੈਂਦਾ, ਜਾਂ ਕਿਸੇ ਦਾ ਕਰਜ਼ਾ ਇਦਾਂ ਦਾ ਕੋਈ ਲਾਈਫ ਪਾਰਟਨਰ ਕਿਸੇ ਨੇ ਛੱਡ ਕੇ ਚਲੇ ਗਿਆ ਉਹ ਸੁਸਾਈਡ ਕਰ ਲੈਂਦਾ। ਕੱਟ ਰਹੇ ਆ ਬਸ ਟਾਈਮ ਪਾਸ। ਕੱਟਣਾ ਤੇ ਜ਼ਿੰਦਗੀ ਨੂੰ ਜੀਣਾ ਇਹ ਦੋਨਾਂ 'ਚ ਬਹੁਤ ਫਰਕ ਹੈ। ਸਭ ਤੋਂ ਪਹਿਲੀ ਤਾਂ ਇੱਕ ਚੀਜ਼ ਹੈ, ਜੇ ਤੁਸੀਂ ਡਿਪਰੈਸ਼ਨ 'ਚ ਆਪਣਾ ਮਾਹੌਲ ਚੇਂਜ ਕਰ ਦਿਓ ਬਸ। ਮੈਂ ਕਿਹਾ ਅੰਕਲ ਕੀ ਗੱਲ ਹੋ ਗਈ ਤੁਸੀਂ ਡਿਸੀਜਨ ਲੈਂਦੇ ਹੋ? ਕਹਿੰਦਾ ਭਰਾਵਾ ਇੱਕ ਵਾਰੀ ਲਿਆ ਸੀਗਾ ਵਿਆਹ ਦਾ, ਮੁੜ ਕੇ ਆਹ ਹਾਲ ਹੈ ਮੇਰਾ। ਮੈਂ ਕਿਹਾ ਜੀ ਫੇਰ ਦੇਖਿਆ ਵੀ ਦੁਨੀਆ ਦੁਖੀ ਬਹੁਤ ਹੈ। ਕੋਈ ਆਪਣੇ ਬੱਚਿਆਂ ਤੋਂ ਦੁਖੀ ਹੈ ਵੀ ਉਹ ਨਸ਼ਿਆਂ ਤੇ ਲੱਗ ਗਏ, ਕੋਈ ਆਪਣੇ ਬੱਚਿਆਂ ਤੋਂ ਇਸ ਕਰਕੇ ਦੁਖੀ ਹੈ ਵੀ ਉਹ ਕਹਿਣਾ ਨਹੀਂ ਮੰਨਦੇ ਹੈਗੇ, ਕੋਈ ਗਰੀਬੀ ਕਰਕੇ ਦੁਖੀ ਹੈ, ਕੋਈ ਬਹੁਤ ਹੀ ਅਮੀਰੀ ਕਰਕੇ ਦੁਖੀ ਹੈ ਵੀ ਉਹਨਾਂ ਕੋਲ ਕਿਸੇ ਲਈ ਟਾਈਮ ਹੀ ਨਹੀਂ ਹੈਗਾ। ਬਿਆਨ ਨੂੰ ਮੋਤੀ ਚੀਜ਼ ਦਾ ਲੱਡੂ ਸਮਝਿਆ ਜਾਂਦਾ। ਬਿਲਕੁਲ, ਇਹ ਜਿਹੜਾ ਖਾਂਦਾ ਯਾਰ ਉਹ ਵੀ ਪਛਤਾਉਂਦਾ, ਜਿਹੜਾ ਖਾਂਦਾ ਨਹੀਂ ਉਹ ਵੀ ਪਛਤਾਉਂਦਾ। ਅਸੀਂ ਕੁੜੀਆਂ ਮੁੰਡੇ ਭੱਜ ਕੇ ਵਿਆਹ ਕਿਉਂ ਕਰਾਉਂਦੇ ਨੇ? ਵੀ ਮੁੰਡਾ ਨਸ਼ੇ ਵੀ ਕਰਦਾ ਹੁੰਦਾ, ਕੁੜੀ ਕਹਿੰਦੀ ਹੈ ਵੀ ਮੈਂ ਵਿਆਹ ਕਰਾਉਣਾ ਤੇ 2 ਸਾਲ ਬਾਅਦ ਉਹਦਾ ਰਿਸ਼ਤਾ ਇਸ ਕਰਕੇ ਛੱਡ ਦਿੰਦੀ ਕੁੜੀ ਆਪੇ ਵੀ ਇਹ ਤਾਂ ਹਟਿਆ ਹੀ ਨਹੀਂ ਹੈਗਾ ਵਿਆਹ ਤੋਂ ਬਾਅਦ। ਆਪੋਜ਼ਿਟ ਸੈਕਸ ਆਲਵੇਜ਼ ਅਟਰੈਕਟ ਆਪੋਜ਼ਿਟ ਸੈਕਸ, ਇਹ ਇੱਕ ਹਿਊਮਨ ਨੇਚਰ ਹੈ। ਹਰ ਗੱਲ ਦਾ ਸੋਲਿਊਸ਼ਨ ਹੈਗਾ ਨਿਮਰਤਾ ਤੇ ਪਿਆਰ ਨਾਲ ਬੋਲੇ ਹੋਏ ਸ਼ਬਦ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ, ਅਬ ਕੀ ਬਾਰ ਬਖਸ਼ ਬੰਦੇ ਕੋ ਫੇਰ ਨਾ ਭੌਜਲ ਫੇਰਾ। ਭਾਵੇਂ 100 ਚਾਚਾ ਹੋਵੇ, ਇੱਕ ਪਿਓ ਦੀ ਬਰਾਬਰੀ ਨਹੀਂ ਕਰ ਸਕਦਾ ਹੈਗਾ। ਸੋ ਪਿਓ ਪਿਓ ਹੀ ਹੈ, ਸ਼ਰੀਕ ਸ਼ਰੀਕ ਹੈ, ਚਾਚੇ ਚਾਚੇ ਹੀ ਨੇ। ਅੱਲਾ ਪਾਕਮ ਪਾਕ ਹੈ, ਸ਼ੱਕ ਕਰੂੰ ਜੇ ਦੂਸਰ ਹੋਏ। ਹੁਣ ਅੱਲਾ ਨਾਮ ਲੈ ਲਿਆ, ਕਿਸੇ ਹੋਰ ਜਿਹੜੇ ਹਿੰਦੂ ਧਰਮ ਲਿਟਰੇਚਰ ਚ ਲੈ ਕੇ ਦਿਖਾਓ ਚ ਕਿਤੇ ਹੈਗਾ? ਨਹੀਂ ਹੈਗਾ। ਜੀ ਜੀ। ਗੁਰੂ ਨਾਨਕ ਸਾਹਿਬ ਨੇ ਕਿਹਾ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵ ਹੈ ਗੁਸਈਆਂ, ਕੋਈ ਅੱਲਾ ਹੈ। ਵੀ ਕੋਈ ਕੁਛ ਮਰਜ਼ੀ ਕਰੀ ਜਾਵੇ, ਕੋਈ ਫਰਕ ਨਹੀਂ ਪੈਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨੀ ਕੁ ਜ਼ਰੂਰੀ ਹੈ ਪੜ੍ਹਨੀ ਜਿੰਨੀ ਤੁਹਾਡੇ ਲਈ ਮੈਥ ਪੜ੍ਹਨਾ ਜ਼ਰੂਰੀ ਹੈ, ਜਿੰਨੀ ਸਾਇੰਸ ਪੜ੍ਹਨੀ ਜ਼ਰੂਰੀ ਹੈ, ਜਿੰਨੀ ਇੰਗਲਿਸ਼ ਪੜ੍ਹਨੀ ਜ਼ਰੂਰੀ ਹੈ। ਤਾਂ ਜਦ ਜਨਮੇ ਲੈ ਲਿਆ, ਜਦ ਮਰਨਾ ਹੀ ਹੈ, ਭਾਵੇਂ 70 ਸਾਲ ਹੋਵੇ 60 ਸਾਲ ਹੋਵੇ, ਵੀ ਦੁਨੀਆ ਨੂੰ ਜੀਣਾ ਸਿਖਾਉਣਾ ਜਦ ਤੱਕ ਮੈਂ ਜਿਉਂਦਾ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆਂ, ਤੁਸੀਂ ਜੁੜੇ ਹੋਏ ਹੋ ਸਰਲੇਖ ਦੇ ਨਾਲ। ਅੱਜ ਕੱਲ੍ਹ ਜ਼ਿੰਦਗੀ ਦੇ ਵਿੱਚ ਹਨੇਰਗਰਦੀ ਨਜ਼ਰ ਆਉਂਦੀ ਹੈ। ਅੱਜ ਕੱਲ੍ਹ ਅਜੋਕੇ ਸਮੇਂ ਦੇ ਵਿੱਚ ਜ਼ਿੰਦਗੀ ਇੰਨੇ ਭੰਬਲ ਭੂਸਿਆਂ ਵਿੱਚ ਫਸੀ ਹੋਈ ਹੈ ਕਿ ਹਰ ਬੰਦਾ ਤਣਾਅ ਵਿੱਚ ਰਹਿੰਦਾ ਹੈ, ਹਰ ਬੰਦਾ ਆਪਣੇ ਹੀ ਵੱਖਰੀ ਤਰ੍ਹਾਂ ਦੇ ਝਮੇਲਿਆਂ ਵਿੱਚ ਰਹਿ ਰਿਹਾ ਹੈ। ਜ਼ਿੰਦਗੀ ਦੇ ਵਿੱਚ ਸ਼ਾਂਤੀ ਲੱਭਦਾ ਬੰਦਾ ਅਸ਼ਾਂਤ ਦਿਖਦਾ ਹੈ। ਅਕਸਰ ਕਹਿੰਦੇ ਆ ਕਿ ਗੁਰੂ ਬਿਨਾਂ ਗਤ ਨਹੀਂ। ਅੱਜ ਜਿਸ ਸ਼ਖਸ ਨਾਲ ਤੁਹਾਨੂੰ ਮਿਲਾ ਰਹੇ ਹਾਂ ਉਹ ਜ਼ਿੰਦਗੀ ਦੇ ਕੋਚ ਨੇ, ਉਹ ਲਾਈਫ ਕੋਚ ਨੇ। ਉਹਨਾਂ ਦਾ ਨਾਮ ਹੈ ਰਣਦੀਪ ਸਿੰਘ, ਜੋ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਸਮੱਸਿਆਵਾਂ ਤੁਹਾਡੇ ਨਾਲ ਸਾਂਝੇ ਕਰਨਗੇ। ਬਾਈ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਰਲੇਖ ਚੈਨਲ ਤੇ। ਥੈਂਕ ਯੂ ਜੀ। ਜਦੋਂ ਅਸੀਂ ਜ਼ਿੰਦਗੀ ਦੀ ਗੱਲ ਕਰਦੇ ਹਾਂ, ਤੁਸੀਂ ਆਪਣੇ ਬਾਰੇ ਬੋਲਦੇ ਹੋ ਕਿ ਲਾਈਫ ਕੋਚ। ਪਹਿਲਾਂ ਤਾਂ ਇਹ ਸ਼ਬਦ ਦੀ ਪਰਿਭਾਸ਼ਿਤ ਕਰੋ ਕਿ ਲਾਈਫ ਕੋਚ ਤੁਸੀਂ ਕਿਉਂ ਰੱਖਿਆ? ਦੇਖੋ, ਕੋਚ ਦਾ ਮਤਲਬ ਕੀ ਹੁੰਦਾ ਹੈ? ਟ੍ਰੇਨਿੰਗ ਦੇਣੀ ਹੈ ਕਿਸੇ ਨੂੰ, ਟ੍ਰੇਨਡ ਕਰਨਾ ਉਹਨੂੰ ਉਹਦੇ ਖੇਤੇ ਦੇ ਵਿੱਚ। ਲਾਈਫ ਕੋਚ ਦਾ ਕੀ ਮਤਲਬ ਹੈ? ਤੁਹਾਡੀ ਜ਼ਿੰਦਗੀ ਦੀ ਤੁਹਾਨੂੰ ਟ੍ਰੇਨਿੰਗ ਦੇਣੀ ਹੈ, ਜ਼ਿੰਦਗੀ ਜੀਣੀ ਕਿਵੇਂ ਹੈ। 90% ਦੁਨੀਆ ਗਲਤ ਤਰੀਕੇ ਨਾਲ ਜ਼ਿੰਦਗੀ ਜੀ ਰਹੀ ਹੈ। ਮਤਲਬ ਕਿ ਜੇ ਆਪਾਂ ਪਿਛਲੇ 20 ਸਾਲਾਂ ਨੂੰ ਦੇਖੀਏ, 20 ਸਾਲਾਂ ਤੋਂ ਹੁਣ ਤੱਕ ਦੇਖੀਏ, ਤੁਸੀਂ ਇਹ ਦੇਖੋ ਹਰ ਸ਼ਹਿਰ ਦੇ ਵਿੱਚ ਕਿੰਨੇ ਸਾਈਕੈਟਰਿਸਟ ਖੁੱਲ੍ਹ ਚੁੱਕੇ ਆ, ਕਿੰਨੇ ਮਤਲਬ ਕਿ ਕਾਉਂਸਲਿੰਗ ਵਾਲੇ ਅਦਾਰੇ ਖੁੱਲ੍ਹ ਚੁੱਕੇ ਆ, ਕਿੰਨੀਆਂ ਡਿਪਰੈਸ਼ਨ ਦੀਆਂ ਦਵਾਈਆਂ ਦੀਆਂ ਫੈਕਟਰੀ ਬੱਦੀ ਲੱਗ ਚੁੱਕੀਆਂ ਨੇ। ਸਭ ਤੋਂ ਵੱਡਾ ਰੀਜ਼ਨ ਕੀ ਹੈ? ਲੋਕਾਂ ਨੂੰ ਆਪਣੇ ਮਨ ਕੰਟਰੋਲ ਨਹੀਂ ਕਰਨਾ ਆ ਰਿਹਾ।
ਮਨ ਤੇ ਕਾਬੂ ਨਹੀਂ ਕਰਨਾ ਆ ਰਿਹਾ, ਇਹਨੂੰ ਸਮਝਾਉਣਾ ਨਹੀਂ ਆ ਰਿਹਾ, ਮਨ ਹੀ ਸਾਡੀ ਲਾਈਫ ਨੂੰ ਚਲਾ ਰਿਹਾ ਸਾਰੀ ਨੂੰ। ਹੁਣ ਬਹੁਤ ਛੇਤੀ ਡਿਪਰੈਸ਼ਨ 'ਚ ਚਲੇ ਜਾਂਦਾ, ਕੋਈ ਉਹ ਸੁਸਾਈਡ ਕਰ ਲੈਂਦਾ, ਬੱਚੇ ਤੱਕ ਸੁਸਾਈਡ ਕਰੀ ਜਾਂਦੇ, 10ਵੀਂ ਦਾ ਰਿਜ਼ਲਟ ਮਾੜਾ ਆ ਗਿਆ ਸੁਸਾਈਡ ਕਰ ਲਿਆ, ਕਿਸੇ ਜ਼ਿਮੀਦਾਰ ਦੀ ਫਸਲ ਸੜ ਗਈ ਉਹ ਸੁਸਾਈਡ ਕਰ ਲੈਂਦਾ, ਜਾਂ ਕਿਸੇ ਦਾ ਕਰਜ਼ਾ ਇਦਾਂ ਦਾ ਕੋਈ ਲਾਈਫ ਪਾਰਟਨਰ ਕਿਸੇ ਨੇ ਛੱਡ ਕੇ ਚਲੇ ਗਿਆ ਉਹ ਸੁਸਾਈਡ ਕਰ ਲੈਂਦਾ। ਸੋ ਜ਼ਿੰਦਗੀ ਨੂੰ ਦੁਨੀਆ ਮਜ਼ਾਕ ਸਮਝਦੀ ਹੈ ਤੇ ਇਹ ਮਨੁੱਖੇ ਜੀਵਨ ਨੂੰ ਤਾਂ ਐਂ ਸਮਝਦੀ ਹੈ ਵੀ ਕੱਟ ਰਹੇ ਆ, ਜਿਹਨੂੰ ਮਰਜ਼ੀ ਤੁਸੀਂ ਪੁੱਛੋ ਤੁਹਾਨੂੰ ਇੱਕੋ ਹੀ ਗੱਲ ਕਹੂਗਾ, ਕੱਟ ਰਹੇ ਆ ਬਸ, ਟਾਈਮ ਪਾਸ ਕੱਟਣਾ ਤੇ ਜ਼ਿੰਦਗੀ ਨੂੰ ਜੀਣਾ ਇਹ ਦੋਨਾਂ 'ਚ ਬਹੁਤ ਫਰਕ ਹੈ। ਕੱਟਣਾ ਹੁੰਦਾ ਵੀ ਤੇ ਲੰਘਾ ਰਹੇ ਆ, ਵੀ ਦੇਖੋ ਆਪਾਂ ਜਨਮ ਲਿਆ, ਐਕਸਪੈਕਟੈਂਸੀ ਲਾਈਫ ਦੀ ਅੱਜ ਕਿੰਨੀ ਹੈ, ਕਿਸੇ ਦੀ 50 ਸਾਲ ਹੈ, ਕਿਸੇ ਦੀ 60 ਹੈ, ਕਿਸੇ ਦੀ 70 ਹੈ, ਤੇ ਇਹਨੂੰ ਮੈਂ ਲੀਜ਼ ਤੇ ਸਮਝਦਾ ਵੀ ਸਾਨੂੰ ਲੀਜ਼ ਤੇ ਇੱਕ ਪ੍ਰਾਪਰਟੀ ਮਿਲੀ ਹੋਈ ਹੈ ਵੀ ਇੰਨੇ ਸਾਲ ਬਾਅਦ ਅਸੀਂ ਛੱਡਣੀ ਹੀ ਛੱਡਣੀ ਹੈ। ਜਿੱਦਣ ਤੁਹਾਨੂੰ ਇਹ ਚੀਜ਼ ਸਮਝ ਆ ਗਈ ਨਾ ਵੀ ਇੱਕ ਦਿਨ ਛੱਡਣੀ ਹੈ, ਤੁਹਾਨੂੰ ਉਦੋਂ ਇਹ ਜੀਣਾ ਸ਼ੁਰੂ ਆਉਣ ਆ ਜਾਊਗਾ। ਹੁਣ ਇੱਕ ਜ਼ਿਮੀਦਾਰ ਦੀ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਇੱਕ ਜ਼ਿਮੀਦਾਰ ਵੀਰ ਦਾ ਮੈਨੂੰ ਫੋਨ ਆਉਂਦਾ ਅਬੋਹਰ ਤੋਂ, ਕਹਿੰਦਾ ਭਾਜੀ ਮੈਨੂੰ ਡਿਪਰੈਸ਼ਨ ਬਹੁਤ ਹੈ ਤੇ ਮੈਂ ਦਵਾਈਆਂ ਖਾਨਾ, ਮੇਰਾ ਫੇਰ ਵੀ ਇਲਾਜ ਸੰਭਵ ਨਹੀਂ ਹੋ ਰਿਹਾ, ਮੈਨੂੰ ਕੋਈ ਮਜ਼ਾ ਨਹੀਂ ਆ ਰਿਹਾ ਜ਼ਿੰਦਗੀ ਦਾ, ਵੀ ਮੈਨੂੰ ਫੇਰ ਵੀ ਡਿਪਰੈਸ਼ਨ ਰਹਿੰਦਾ। ਮੈਂ ਕਿਸ ਚੀਜ਼ ਦਾ? ਕਹਿੰਦਾ ਜੀ ਮੈਨੂੰ ਸਮਝ ਨਹੀਂ ਆ ਰਹੀ, ਮੈਨੂੰ ਹੋਇਆ ਕਿ ਬੇਚੈਨੀ ਲੱਗੀ ਰਹਿੰਦੀ ਹੈ, ਵੀ ਡਾਕਟਰਾਂ ਨੂੰ ਵੀ ਸਮਝ ਆ ਰਹੀ। ਮੈਂ ਕਿਹਾ ਤੇਰੀ ਏਜ ਕਿੰਨੀ ਹੈ? ਕਹਿੰਦਾ ਜੀ 45 ਸਾਲ ਦੀ ਏਜ ਹੈ। ਮੈਂ ਕਿਹਾ ਤੂੰ ਐਂ ਦੱਸ ਤੂੰ ਅਬੋਹਰ ਤੋਂ ਬਾਹਰ ਕਿੰਨੀ ਦੂਰ ਤੱਕ ਗਿਆ ਅੱਜ ਤੱਕ? ਕਹਿੰਦਾ ਜੀ ਕਿਤੇ ਨਹੀਂ ਗਿਆ ਮੈਂ। ਮੈਂ ਕਿਹਾ ਅਸਲ ਦੇ ਵਿੱਚ ਤੂੰ ਆਪਣੀ ਰੂਟੀਨ ਲਾਈਫ ਤੋਂ ਬੋਰ ਹੋ ਚੁੱਕੇ ਆ। ਕਰੋੜਾਪਤੀ ਬੰਦਾ ਜੀ, ਉਹ ਹਵੇਲੀ ਉਹਦੀ ਬਣੀ ਹੋਈ ਹੈ, ਉਹ ਬੋਰ ਛੱਡ ਕੇ ਕਦੇ ਬਾਹਰ ਨਹੀਂ ਗਿਆ ਉਹ। ਮੈਂ ਕਿਹਾ ਹਿਮਾਚਲ ਗਿਆ ਕਦੇ? ਕਹਿੰਦਾ ਕਦੇ ਨਹੀਂ ਗਿਆ। ਮੈਂ ਕਿਹਾ ਗੋਆ ਗਿਆ ਕਦੇ? ਕਹਿੰਦਾ ਕਦੇ ਨਹੀਂ ਜੀ ਗਿਆ। ਮੈਂ ਕਿਹਾ ਕੋਠੀ ਤੇ ਕਿੰਨੇ ਪੈਸੇ ਲੈ? ਕਹਿੰਦੇ 1.5 ਕਰੋੜ ਰੁਪਇਆ ਲੱਗ ਚੁੱਕਿਆ। ਤੇ ਲੋਕ ਇਹੀ ਕਹਿੰਦਾ ਲੋਕਾਂ ਨੂੰ ਜ਼ਿੰਦਗੀ ਜੀਣੀ ਨਹੀਂ ਆਉਂਦੀ, ਵੀ ਆਪਣੇ ਤੇ ਲਾਉਣ ਦੀ ਬਜਾਏ ਉਹ ਚੀਜ਼ਾਂ ਤੇ ਪੈਸੇ ਲਾਉਣਾ ਸਮਝਦੇ ਆ ਵਧੀਆ ਸਮਝਦੇ ਆ। ਪਹਾੜਾਂ 'ਚ ਜਾਓ, ਦੁਨੀਆ ਨੂੰ ਵਾਚੋ, ਖੂਬਸੂਰਤੀ ਦੇਖੋ। ਦੇਖੋ ਕੋਈ ਵੀ ਇਨਸਾਨ ਹੈ, ਚਾਹੇ ਮੈਂ ਆ ਤੁਸੀਂ ਹੋ, ਜਦੋਂ ਅਸੀਂ ਇੱਕ ਕੰਮ ਨੂੰ 20 ਸਾਲ ਜਾਂ 15 ਸਾਲ ਰੂਟੀਨ 'ਚ ਡੇਲੀ ਕਰਨਾ ਹੈ, ਸਾਡੇ ਮਨ ਨੇ ਬੋਰ ਹੋ ਜਾਣਾ, ਸਾਡੇ ਚਾਅ ਮਰਨੇ ਸ਼ੁਰੂ ਹੋ ਜਾਣੇ ਆ ਵੀ ਯਾਰ ਜ਼ਿੰਦਗੀ ਤਾਂ ਇਹੀ ਆ, ਜਿਹਨੂੰ ਕਹਿੰਦੇ ਖੂਹ ਦਾ ਡੱਡੂ, ਵੀ ਇਹ ਇੰਨੀ ਕਿ ਜ਼ਿੰਦਗੀ ਤੋਂ ਬਾਅਦ ਦੇਖੀ ਵੀ ਕਿਸੇ ਨੇ ਨਹੀਂ ਹੈਗੀ। ਮੈਂ ਕਹਿੰਦਾ ਅੱਧਾ ਪਿਛੋਕੜ ਨੇ ਚੰਡੀਗੜ੍ਹ ਨਹੀਂ ਦੇਖਿਆ ਹੈਗਾ, ਜਦ ਕਿ ਚੰਡੀਗੜ੍ਹ ਹੈ ਕੁਛ ਨਹੀਂ, ਬਸ ਖੂਬਸੂਰਤੀ ਹੈ। ਮਤਲਬ ਆਈਡੀਆ ਚੇਂਜ ਹੋਣੇ ਸ਼ੁਰੂ ਹੋਣੇ। ਹੁਣ ਚੰਡੀਗੜ੍ਹ ਵਾਲੇ ਦਿੱਲੀ ਦੇਖਦੇ, ਦਿੱਲੀ ਵਾਲੇ ਬੰਬੇ ਦੇਖਦੇ, ਬੰਬੇ ਵਾਲੇ ਇੰਗਲੈਂਡ ਦੇਖਦੇ ਆ। ਸੋ ਜਿੰਨਾ ਤੁਸੀਂ ਦੁਨੀਆ ਨੂੰ ਦੇਖੋਗੇ ਥੋੜੀ ਸੋਚ ਦਾ ਦਾਇਰਾ ਵੱਧਦਾ, ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਹੋ, ਤੁਹਾਨੂੰ ਨਵੇਂ ਐਕਸਪੀਰੀਅੰਸਿਸ। ਜਦੋਂ ਤੱਕ ਤੁਹਾਡੇ ਅੰਦਰੋਂ ਆਈਡੀਆ ਨਹੀਂ ਨਾ ਨਵੇਂ ਆਉਣਗੇ, ਸਮਝ ਲਓ ਤੁਸੀਂ ਬੋਰਿੰਗ ਲਾਈਫ ਜੀ ਰਹੇ ਹੋ ਜੀ। ਆਈਡੀਆ ਆਉਣੇ ਸ਼ੁਰੂ ਹੋ ਗਏ, ਸਮਝ ਲਓ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਚੱਲਦੀ ਪਈ ਹੈ। ਮਤਲਬ ਕਿ ਸਭ ਤੋਂ ਪਹਿਲੀ ਇੱਕ ਚੀਜ਼ ਹੈ, ਜੇ ਤੁਸੀਂ ਡਿਪਰੈਸ਼ਨ 'ਚ ਆਪਣਾ ਮਾਹੌਲ ਚੇਂਜ ਕਰ ਦਿਓ, ਬਸ ਪਹਿਲੀ ਇੱਕ ਚੀਜ਼ ਹੈ। ਘਰਦਿਆਂ ਨੂੰ ਹੈਲਪ ਕਰਨੀ ਚਾਹੀਦੀ, ਜੇ ਤੁਹਾਡਾ ਫੈਮਿਲੀ ਮੈਂਬਰ ਕੋਈ ਇਦਾਂ ਦਾ ਹੈਗਾ ਉਹਦੀ ਹੈਲਪ ਕਰੋ, ਉਹਦਾ ਮਾਹੌਲ ਚੇਂਜ ਕਰੋ, ਉਹਦੀ ਲਾਈਫ ਸਟਾਈਲ ਚੇਂਜ ਕਰੋ, ਉਹਨੂੰ ਘਰੋਂ ਬਾਹਰ ਕੱਢੋ, ਉਹਨੂੰ ਘੁਮਾ ਫਿਰਾ ਕੇ ਲੈ ਕੇ ਆਓ। ਡਿਗਰੀਆਂ ਦੀ ਇਸ ਦੌੜ ਵਿੱਚ ਰਣਦੀਪ ਨੇ ਕੋਈ ਡਿਗਰੀਆਂ ਵਾਲੀ ਪੜ੍ਹਾਈ ਵਾਲੇ ਇੰਟਰਸਟ ਦਿਖਾਇਆ ਪਹਿਲਾਂ, ਜਾਂ ਕੀਤਾ ਕੁਛ, ਜਾਂ ਇਹਦੇ ਵਿੱਚ ਇੰਨਾ ਤਜਰਬਾ ਹਾਸਲ ਕਰ ਲਿਆ, ਐਕਸਪੀਰੀਅੰਸ ਹਾਸਲ ਕਰ ਲਿਆ ਕਿ ਰਣਦੀਪ ਨੂੰ ਜ਼ਿੰਦਗੀ ਜਿਉਣ ਦਾ ਅਸਲੀ ਮਕਸਦ ਲੱਭ ਗਿਆ, ਜਿਹੜਾ ਅੱਜ ਉਹ ਮਕਸਦ ਲੋਕਾਂ ਨੂੰ ਦਿੰਦਾ ਨਜ਼ਰ ਆਉਂਦਾ? ਦੇਖੋ ਮੈਂ ਅੱਜ ਤੋਂ 15-16 ਸਾਲ ਹੋ ਗਏ, 16 ਸਾਲ ਪਹਿਲਾਂ ਇੰਗਲੈਂਡ ਗਿਆ ਸੀਗਾ, MBA ਕਰਨ ਲਈ ਗਿਆ ਸੀਗਾ, ਪੈਸੇ ਕਮਾਉਣ, ਬਹੁਤ ਪੈਸੇ ਕਮਾਉਣ ਗਿਆ ਸੀ, ਕਿਉਂਕਿ ਮੈਂ ਬਹੁਤ ਕੋਈ ਰਿਚ ਫੈਮਿਲੀ ਤੋਂ ਬਿਲੋਂਗ ਨਹੀਂ ਸੀ ਕਰਦਾ। ਤੇ ਪਰ ਜਦੋਂ ਮੈਂ ਉੱਥੇ MBA ਕਰਨ ਗਿਆ, ਪੜ੍ਹਾਈ ਕਰੀ, ਪੂਰੀ ਕਰੀ, ਉੱਥੇ ਵਰਕ ਪਰਮਿਟ ਤੇ ਆ ਗਿਆ, ਮੈਂ ਨਾ ਜਦੋਂ ਜੌਬ ਉੱਥੇ ਕਰੀ, ਮੈਂ ਦੇਖਾ ਕੋਈ ਕਸਟਮਰ ਆਉਂਦੇ ਆ ਮੇਰੇ ਸਾਹਮਣੇ ਸਮਾਨ ਖਰੀਦਦੇ ਹਸਬੈਂਡ ਵਾਈਫ ਆਪਸ 'ਚ ਲੜਨ ਲੱਗ ਗਏ। ਉਹ ਕਹਿੰਦੇ ਨਹੀਂ ਆਹ ਲੈਣਾ, ਦੋਨੋਂ ਲੜ ਪਏ, ਕਾਟੋ ਕਲੇਸ਼, ਬੁਰਾ ਹਾਲ। ਤੇ ਉਹ ਮੇਰੇ ਲਈ ਫਸਟ ਐਕਸਪੀਰੀਅੰਸ ਸੀਗਾ ਵੀ ਯਾਰ ਕੋਈ ਬੰਦਾ ਪਬਲਿਕਲੀ ਕਿਵੇਂ ਲੜ ਸਕਦਾ ਆਪਸ ਦੇ ਵਿੱਚ। ਤੇ ਮੈਂ ਹੈਰਾਨ ਹੋ ਗਿਆ ਦੇਖ ਕੇ। ਫਿਰ ਹੌਲੀ ਹੌਲੀ ਇਹ ਚੀਜ਼ਾਂ ਨੂੰ ਮੈਂ ਫਿਰ ਬਰੀਕੀ ਨਾਲ ਜਾਂਚਣਾ ਸ਼ੁਰੂ ਕਰਿਆ। ਫਿਰ ਚੀਜ਼ਾਂ ਨੂੰ ਫਿਰ ਮੈਂ ਨੇੜੇ, ਫਿਰ ਕਿਸੇ ਦੇ ਘਰੇ ਕੰਮ ਕਰਨ ਜਾਣਾ ਸੀ ਛੋਟਾ ਜਿਹਾ, ਫਿਰ ਉਹਦੀ ਲਾਈਫ ਪੁੱਛਣੀ ਸ਼ੁਰੂ ਕਰ ਦਿੰਦੀ ਆ ਵੀ ਤੁਹਾਡੇ ਘਰੇ ਕਿਵੇਂ ਚੱਲਦਾ। ਇੱਕ ਬਜ਼ੁਰਗ ਦੇ ਘਰ ਚਲੇ ਗਏ ਅਸੀਂ, ਉੱਥੇ ਨਾ ਉਹਨਾਂ ਦੇ ਘਰ ਦੀ ਕਬਰਡ ਬਣਾਉਣੀ ਸੀਗੀ। ਅਸੀਂ ਉਹਨੂੰ ਕਿਹਾ ਅੰਕਲ ਜੀ ਇਹਨੂੰ ਇੱਦਾਂ ਨਹੀਂ ਕਿਵੇਂ ਕਰਨਾ ਸਿਸਟਮ ਨੂੰ? ਉਹ ਕਹਿੰਦਾ ਭਾਈ ਤੁਸੀਂ ਆਪਣੀ ਆਂਟੀ ਨੂੰ ਪੁੱਛੋ, ਮੈਨੂੰ ਕੁਛ ਨਹੀਂ ਪਤਾ ਹੈਗਾ। ਉਹ ਪਿੱਛੇ ਵਿਚਾਰੇ ਅੰਕਲ ਜੀ ਗਾਰਡਨਿੰਗ ਕਰਨ ਲੱਗ ਗਏ। ਮੈਂ ਕਿਹਾ ਅੰਕਲ ਕੀ ਗੱਲ ਹੋ ਗਈ, ਤੁਸੀਂ ਡਿਸੀਜਨ ਲੈਂਦੇ ਹੋ? ਕਹਿੰਦਾ ਭਰਾਵਾ ਇੱਕ ਵਾਰੀ ਲਿਆ ਸੀਗਾ ਵਿਆਹ ਦਾ, ਮੁੜ ਕੇ ਆਹ ਹਾਲ ਹੈ ਮੇਰਾ। ਮੈਂ ਕਿਹਾ ਜੀ ਫੇਰ ਦੇਖਿਆ ਵੀ ਦੁਨੀਆ ਦੁਖੀ ਬਹੁਤ ਹੈ। ਕੋਈ ਆਪਣੇ ਬੱਚਿਆਂ ਤੋਂ ਦੁਖੀ ਹੈ ਵੀ ਉਹ ਨਸ਼ਿਆਂ ਤੇ ਲੱਗ ਗਏ, ਕੋਈ ਆਪਣੇ ਬੱਚਿਆਂ ਤੋਂ ਇਸ ਕਰਕੇ ਦੁਖੀ ਹੈ ਵੀ ਉਹ ਕਹਿਣਾ ਨਹੀਂ ਮੰਨਦੇ ਹੈਗੇ, ਕੋਈ ਗਰੀਬੀ ਕਰਕੇ ਦੁਖੀ ਹੈ, ਕੋਈ ਬਹੁਤ ਹੀ ਅਮੀਰੀ ਕਰਕੇ ਦੁਖੀ ਹੈ ਵੀ ਉਹਨਾਂ ਕੋਲ ਕਿਸੇ ਲਈ ਟਾਈਮ ਹੀ ਨਹੀਂ ਹੈਗਾ। ਪਰ ਫਿਰ ਇੱਕ ਚੀਜ਼ ਸਮਝ ਆਈ ਵੀ ਦੁਨੀਆ ਬੇਫਜ਼ੂਲ ਦੁਖੀ ਹੈ, ਐਡੀ ਗੱਲ ਨਹੀਂ ਸੀਗੀ। ਫਿਰ ਰਿਸਰਚ ਸ਼ੁਰੂ ਕਰੀ, ਫਿਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰੀ।
2.5 ਸਾਲ ਮੈਨੂੰ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਨੂੰ ਇੱਕ ਪੰਕਤੀ ਨੂੰ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ। ਫਿਰ ਜਿਹੜਾ ਉਹ ਚੋਂ ਨਿਚੋੜ ਜਿੰਨਾ ਕੁ ਮੇਰੇ ਤੋਂ ਇਕੱਠਾ ਹੋਇਆ ਮੈਂ ਮਨ 'ਚ ਪਸਾਇਆ ਤੇ ਉਹ ਲੈ ਕੇ ਫਿਰ ਮੈਂ ਚੱਲ ਪਿਆ। ਘਰ ਘਰ ਜਾਂਦਾ ਮੈਂ। ਜੇ ਕੋਈ ਕਹਿੰਦਾ ਨਾ ਵੀ ਸਾਡੇ ਇੱਥੇ ਪ੍ਰੋਬਲਮ ਹੈ, ਸਾਡੇ ਕੋਲ ਸਾਨੂੰ ਇਹਦਾ ਹੱਲ ਦੱਸੋ, ਮੈਂ ਕਹਿੰਦਾ ਯਾਰ ਤੁਹਾਡੇ ਘਰੇ ਆ ਜਾਣਾ, ਤੁਹਾਨੂੰ ਆ ਕੇ ਦੱਸ ਦਿੰਦਾ, ਤੁਸੀਂ ਇਹਨੂੰ ਇੱਦਾਂ ਨਹੀਂ ਇੱਦਾਂ ਕਰੋ, ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਫਿਰ ਮੈਂ ਕੰਟਰੀ ਟੂ ਕੰਟਰੀ ਟਰੈਵਲ ਕਰਨਾ ਸ਼ੁਰੂ ਕਰਤਾ। ਫਿਰ ਰਸ਼ੀਆ ਜਾ ਕੇ ਉੱਥੇ ਲੈਕਚਰ ਦੇਣੇ ਸ਼ੁਰੂ ਕਰੇ ਮੈਡੀਟੇਸ਼ਨ ਦੇ, ਵੀ ਆਪਣੇ ਲਾਈਫ ਨੂੰ ਚੇਂਜ ਕਿਵੇਂ ਕਰਨਾ। ਫਿਰ ਇੰਗਲੈਂਡ ਜਾਣੇ ਸ਼ੁਰੂ ਕਰਿਆ, ਫਿਰ ਫਰਾਂਸ ਗਿਆ। ਫਿਰ ਟਰੈਵਲਿੰਗ ਤੇ ਹੀ ਦੱਬ ਦੇਤੀ ਵੀ ਹੁਣ ਤਾਂ ਜਦ ਜਨਮੇ ਲੈ ਲਿਆ, ਜਦ ਮਰਨਾ ਹੀ ਹੈ, ਭਾਵੇਂ 70 ਸਾਲ ਹੋਵੇ 60 ਸਾਲ ਹੋਵੇ, ਵੀ ਦੁਨੀਆ ਨੂੰ ਜੀਣਾ ਸਿਖਾਉਣਾ ਜਦ ਤੱਕ ਮੈਂ ਜਿਉਂਦਾ। ਸੋ ਇਹ ਚੀਜ਼ਾਂ ਫਿਰ ਬਾਕੀ ਸਿੱਖਦੇ ਚੀਜ਼ਾਂ ਅੰਦਰ ਆਈ ਗਈ, ਐਕਸਪੀਰੀਅੰਸ ਹੁੰਦਾ ਗਿਆ। ਫਿਰ ਪੜ੍ਹਨਾ ਆ ਗਿਆ ਲੋਕਾਂ ਨੂੰ ਵੀ ਇਹਦੀ ਪ੍ਰੋਬਲਮ ਅਸਲੀ ਖੜੀ ਕਿੱਥੇ ਹੈ। ਦਵਾਈ ਵਾਲਾ ਬੰਦਾ ਨਹੀਂ ਹੈਗਾ, ਅਸਲ 'ਚ ਗੱਲਬਾਤ ਵਾਲਾ ਬੰਦਾ ਹੈ। ਇਹ ਤਾਂ ਗੱਲਬਾਤ ਨਾਲ ਠੀਕ ਹੋ ਜਾਣਾ ਨੇ। ਇਹ ਚੀਜ਼ਾਂ ਹੈ। ਸਾਡੇ ਸਮਾਜ ਦੇ ਵਿੱਚ ਵਿਆਹ ਨੂੰ ਮੋਤੀ ਚੀਜ਼ ਦਾ ਲੱਡੂ ਸਮਝਿਆ ਜਾਂਦਾ। ਬਿਲਕੁਲ, ਕਿ ਜਿਹੜਾ ਖਾਂਦਾ ਯਾਰ ਉਹ ਵੀ ਪਛਤਾਉਂਦਾ, ਜਿਹੜਾ ਖਾਂਦਾ ਨਹੀਂ ਉਹ ਵੀ ਪਛਤਾਉਂਦਾ। ਅਸੀਂ ਵਿਆਹ ਵਾਲੇ ਸਟੈਪ ਤੇ ਜਾਣ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੁੜੀਆਂ ਮੁੰਡੇ ਭੱਜ ਕੇ ਵਿਆਹ ਕਿਉਂ ਕਰਾਉਂਦੇ ਨੇ। ਇਹਦਾ ਸਮਾਜਿਕ ਤਾਣਾ ਬਾਣਾ ਕਿੰਨਾ ਜ਼ਿੰਮੇਵਾਰ ਹੈ। ਇਹ ਨਾ ਇੱਕ ਐਸਾ ਕਨਸੈਪਟ ਹੈ ਵੀ ਜਿਹਦੇ ਉੱਤੇ ਤੁਸੀਂ ਕਿਸੇ ਇੱਕ ਦਾ ਸਟੈਂਡ ਨਹੀਂ ਲੈ ਸਕਦੇ ਹੈਗੇ। ਬਾਕੀ ਮੈਂ ਬੱਚਿਆਂ ਨੂੰ ਇਮੈਚਿਓਰ ਕਹਿਣਾ ਵੀ ਜਿਹੜੇ ਘਰੋਂ ਭੱਜ ਕੇ ਵਿਆਹ ਕਰਾ ਲੈਂਦੇ ਆ, ਜਾਂ ਜਿੱਦ ਦੇ ਵਿੱਚ ਵੀ ਮੈਂ ਤਾਂ ਇਹਦੇ ਨਾਲ ਹੀ ਕਰਾਉਣਾ, ਜਦ ਕਿ ਮੈਂ ਬਹੁਤ ਕੇਸਾਂ 'ਚ ਦੇਖਿਆ ਵੀ ਮੁੰਡਾ ਨਸ਼ੇ ਵੀ ਕਰਦਾ ਹੁੰਦਾ, ਕੁੜੀ ਕਹਿੰਦੀ ਵੀ ਮੈਂ ਵਿਆਹ ਕਰਾਉਣਾ ਤੇ 2 ਸਾਲ ਬਾਅਦ ਉਹਦਾ ਰਿਸ਼ਤਾ ਇਸ ਕਰਕੇ ਛੱਡ ਦਿੰਦੀ ਕੁੜੀ ਆਪੇ, ਵੀ ਇਹ ਤਾਂ ਹਟਿਆ ਹੀ ਨਹੀਂ ਹੈਗਾ ਵਿਆਹ ਤੋਂ ਬਾਅਦ। ਇਹ ਸਿਰਫ ਇੱਕ ਦੇਖੋ, ਆਪੋਜ਼ਿਟ ਸੈਕਸ ਆਲਵੇਜ਼ ਅਟਰੈਕਟ ਆਪੋਜ਼ਿਟ ਸੈਕਸ। ਇਹ ਇੱਕ ਹਿਊਮਨ ਨੇਚਰ ਹੈ। ਇਹਨੂੰ ਇਨਸੈਪਚੁਏਸ਼ਨ ਕਹਿੰਦੇ ਆ, ਇੰਗਲਿਸ਼ ਵਰਡ ਹੈ ਇਨਸੈਪਚੁਏਸ਼ਨ, ਜਿਹਦੇ ਵਿੱਚ ਕੀ ਹੁੰਦਾ ਹੈ ਵੀ ਤੁਸੀਂ ਇੱਕ ਉਮਰ ਦੇ ਵਿੱਚ ਆ ਕੇ ਨਾ 20-22 ਸਾਲ ਤੋਂ ਬਾਅਦ ਤੁਹਾਨੂੰ ਆਪੋਜ਼ਿਟ ਸੈਕਸ ਨੂੰ ਅਟਰੈਕਟ ਹੋਣ ਲੱਗ ਜਾਂਦੇ ਵੀ ਬਹੁਤ ਸੋਹਣਾ ਜਾਂ ਸੋਹਣੀ ਹੈ, ਉਹਨੂੰ ਪਿਆਰ ਸਮਝਣ ਲੱਗ ਜਾਂਦੇ ਆ। ਫਿਰ ਪਰ ਜਿਹੜਾ ਵਿਆਹ ਹੁੰਦਾ ਨਾ, ਵਿਆਹ ਤਾਂ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ। ਜੇ ਤੁਸੀਂ ਕਰਾਉਣੀ ਹੋਈ ਹੈ ਲਵ ਮੈਰਿਜ, ਫਿਰ ਤੁਸੀਂ ਇੱਕ ਚੀਜ਼ ਲਈ ਤਿਆਰ ਰਹੋ। ਫਿਰ ਤੁਹਾਨੂੰ ਜ਼ਿੰਮੇਵਾਰੀ ਵੀ ਚੱਕੋ ਪੂਰੀ, ਵੀ ਜੇ ਸਾਡੇ ਪੇਰੈਂਟਸ ਐਗਰੀ ਨਹੀਂ ਹੈਗੇ, ਅਸੀਂ ਭੱਜ ਕੇ ਵੀ ਵਿਆਹ ਕਰਾ ਰਹੇ ਹਾਂ, ਪਰ ਅਸੀਂ ਉਹਨਾਂ ਨੂੰ ਛੱਡਣਾ ਵੀ ਨਹੀਂ ਹੈਗਾ। ਫਿਰ ਉਹਨਾਂ ਨੂੰ ਕਨਵਿੰਸ ਕਰੋ, ਉਹਨਾਂ ਨੂੰ ਕੋਈ ਚੰਗੀ ਗੱਲਾਂ ਦੱਸੋ ਉਹਦੇ ਵਿੱਚ, ਵੀ ਇਹ ਕੁੜੀ ਦੇ ਵਿੱਚ ਜਾਂ ਮੁੰਡੇ ਦੇ ਵਿੱਚ ਕੀ ਚੰਗਿਆਈ ਹੈ, ਤੁਸੀਂ ਉਹਨੂੰ ਮਨਾ ਨਾ ਕਰੋ ਵੀ ਕੀ ਗੁਣ ਹੈ ਇਹਦੇ ਵਿੱਚ। ਮੈਂ ਕਈ ਦੇਖਿਆ ਵੀ ਕਈਆਂ 'ਚ ਗੁਣ ਨਹੀਂ ਹੁੰਦੇ ਤੇ ਜ਼ਬਰਦਸਤੀ ਥੋਪਿਆ ਜਾਂਦਾ ਤੇ 2 ਸਾਲ ਦੀ ਖੇਡ ਹੈ ਤੋਂ ਵੱਧ ਰਿਸ਼ਤਾ ਟੁੱਟ ਜਾਂਦਾ। ਦੂਜੀ ਜੇ ਆਪਾਂ ਅਰੇਂਜ ਮੈਰਿਜ ਦੀ ਵੀ ਗੱਲ ਕਰੀਏ ਨਾ, ਜਿਹੜੇ ਮੈਚੁਰ ਲੋਕ ਹੁੰਦੇ ਨੇ, ਵੈਲ ਸੈਟਲਡ ਵੀ ਹੁੰਦੇ ਨੇ, ਉਹਨਾਂ ਨੂੰ ਜ਼ਿੰਦਗੀ ਦੀ ਸਮਝ ਵੀ ਹੁੰਦੀ ਹੈ, ਜਿੱਥੇ ਕਾਸਟ ਅੜਦੀ ਹੈ, ਧਰਮ ਅੜਦਾ ਹੈ, ਅਮੀਰੀ ਗਰੀਬੀ ਅੜਦੀ ਹੈ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਾਸਟ ਸਿਸਟਮ ਦਾ ਜੇ ਤੁਸੀਂ ਕਹੋ ਇਹ ਤਾਂ ਨਹੀਂ ਖਤਮ ਹੋ ਸਕਦਾ, ਇਹ ਤਾਂ ਕੋਈ ਜਿੱਡੀਆਂ ਮਰਜ਼ੀਆਂ ਗੱਲਾਂ ਮਾਰੀ ਜਾਵੇ, ਜਦੋਂ ਆਪਣੇ ਤੇ ਆਉਂਦੀਆਂ ਨਾ ਫਿਰ ਕਾਸਟ ਸਿਸਟਮ ਨਹੀਂ ਖਤਮ ਹੁੰਦਾ। ਕਿਸੇ ਨੂੰ ਪ੍ਰਵਚਨ ਦੇਣੇ ਆ, ਸਲਾਹਾਂ ਦੇਣੀਆਂ, ਉਦੋਂ ਬੰਦਾ ਬਹੁਤ ਕੁਝ ਕਹਿ ਜਾਂਦਾ ਹੁੰਦਾ। ਜੀ ਹਾਂ, ਸੋ ਇਸ ਕਰਕੇ ਇਹ ਇੱਕ ਪਰਸਨਲ ਇਸ਼ੂ ਹੈ ਇਹ, ਵੀ ਕੋਈ ਇਹਨੂੰ ਕਿਵੇਂ ਦਾ ਲੈ ਰਿਹਾ ਹੈ। ਵੈਸੇ ਤਾਂ ਦੇਖੋ ਜੀ, ਦੁਨੀਆ ਤੇ ਕਾਸਟ ਸਿਸਟਮ ਹੋਣਾ ਹੀ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਤਾਂ ਕਾਸਟ ਸਿਸਟਮ ਹੋਣਾ ਹੀ ਨਹੀਂ ਚਾਹੀਦਾ, ਨਾ ਹੈਗਾ, ਸਿੱਧੀ ਜੀ ਗੱਲ ਹੈ। ਬਾਕੀ ਤਾਂ ਜੋ ਵਿਚਾਰ ਬਣਾਏ ਹੋਏ ਆ ਇੰਨੇ ਸਾਲਾਂ ਤੋਂ, ਸਾਡੇ ਵੱਡੇ ਵਡੇਰਿਆਂ ਤੋਂ ਚੱਲਦੀਆਂ ਆ ਰਹੀਆਂ, ਸਾਡੇ ਜੀਨਸ 'ਚ ਇਹ ਚੀਜ਼ਾਂ ਆ ਚੁੱਕੀਆਂ ਨੇ। ਸੋ ਇਹਨਾਂ ਨੂੰ ਹੁਣ ਕੱਢਿਆ ਨਹੀਂ ਜਾ ਸਕਦਾ, ਕਿਉਂਕਿ ਬਹੁਤ ਆਰਗੇਨਾਈਜੇਸ਼ਨਸ ਬਣ ਚੁੱਕੀਆਂ ਨੇ ਕਾਸਟ ਸਿਸਟਮ ਦੇ ਉੱਤੇ, ਵੀ ਸਾਡੀ ਫਲਾਣੀ ਜਾਤ ਦੇ ਨੇ, ਇਹ ਸਾਡੀ ਫਲਾਣੀ ਜਾਤ, ਜੇ ਇਹਨੂੰ ਕੁਝ ਕਹਤਾ ਤਾਂ ਆ ਹੋ ਗਿਆ। ਇਹ ਤਾਂ ਅਸਲ ਜਾਤਾਂ ਵਾਲਿਆਂ ਨੇ ਆਪ ਇਹਨੂੰ ਪ੍ਰਮੋਟ ਕਰਿਆ ਹੋਇਆ, ਜੇ ਨਾ ਬਣਾਇਆ ਹੁੰਦਾ ਫਿਰ ਕੁਝ ਵੀ ਨਹੀਂ ਹੋਣਾ ਸੀਗਾ। ਜੀ ਸੋ ਮੈਂ ਇੱਕ ਚੀਜ਼ ਮੈਂ ਹੋਰ ਤੁਹਾਨੂੰ ਕਹਿਣਾ, ਚਲੋ ਇਹ ਤਾਂ ਮੈਰਿਜ ਲੈਵਲ ਤੇ ਆ ਗਏ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਾਜ ਦੇ ਵਿੱਚ ਸਕੂਲ ਲੈਵਲ ਤੋਂ ਇੰਪਲੀਮੈਂਟ ਨਾ ਕਰਿਆ ਗਿਆ ਨਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਦੇਖੀ ਜਾਈਓ ਸਮਾਜ ਸੁਧਾਰ ਵੱਲ ਪਾਸੇ ਨੂੰ ਬਹੁਤ ਘੱਟ ਜਾਊਗਾ। ਉਹਦਾ ਰੀਜ਼ਨ ਕੀ ਹੈ? ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਹੋਏਗੀ ਨਿਊਟਰਲ, ਨਾ ਉਹਦਾ ਕਿਸੇ ਧਰਮ ਨਾਲ ਲਿੰਕ ਹੈ, ਨਾ ਉਹ ਕਿਸੇ ਜਾਤ ਨਾਲ ਕਨੈਕਟਡ ਹੈ। ਉਹਦਾ ਜਿਹੜਾ ਕਨੈਕਸ਼ਨ ਹੈਗਾ ਸਾਰਾ ਤੇ ਸਾਰਾ ਨਿਰੋਲ ਬੰਦੇ ਦੀ ਲਾਈਫ ਸਟਾਈਲ ਦੇ ਉੱਤੇ ਕਨੈਕਸ਼ਨ ਆ ਉਹਦਾ। ਨਾ ਉਹ 'ਚ ਮੁਸਲਮਾਨ ਦਾ ਕੋਈ ਲੈਣਾ ਦੇਣਾ, ਨਾ ਹਿੰਦੂ ਦਾ, ਨਾ ਕੱਟੜ ਸਿੱਖ ਦਾ, ਨਾ ਕਿਸੇ ਦੇਖੋ ਐਕਸਟ੍ਰੀਮਿਸਟ ਦਾ ਤਾਂ, ਕੱਟੜਵਾਦ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ। ਬੱਚਿਆਂ ਨੂੰ ਜਦੋਂ ਸ਼ੁਰੂ ਤੋਂ ਚੰਗੀ ਸਿੱਖਿਆ ਮਿਲਣੀ ਸ਼ੁਰੂ ਹੋ ਜੂ, ਚੰਗਾ ਕਨਸੈਪਟ ਪਤਾ ਲੱਗ ਜੂ, ਵੀ ਮੈਂ ਹੁਣ 8th ਕਲਾਸ ਦੇ ਵਿੱਚ ਹੈ, 8ਵੀਂ ਕਲਾਸ ਤੋਂ ਬਾਅਦ ਜਾ ਕੇ ਬੰਦੇ ਦੇ ਲਿੰਕਸ ਬਣਨੇ ਸ਼ੁਰੂ ਹੋਣੇ ਆ, ਵੀ ਉਹਨੇ ਕਿਹੜੇ ਰਸਤੇ ਤੇ ਜਾਣਾ, ਕਿੱਦਾਂ ਦੇ ਪ੍ਰੋਫੈਸ਼ਨ ਚੂਜ਼ ਕਰਨੇ ਆ, ਤੇ ਸਮਾਜ ਦੇ ਵਿੱਚ ਕਿੱਦਾਂ ਵਿਚਰਨਾ ਉਹਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਗਾਈਡੈਂਸ ਇਜ਼ ਦਾ ਬੈਸਟ ਉਹ ਹੈ, ਨੈਵੀਗੇਸ਼ਨ ਹੈ ਇੱਕ ਟੀਚਰ ਦੇ ਤੌਰ ਤੇ। ਜੀ ਦੇਖੋ, ਹਰ ਸਿਲੇਬਸ ਦਾ ਇੱਕ ਟੀਚਰ ਹੈ, ਜੀ ਸਪੋਰਟਸ ਦਾ ਟੀਚਰ ਹੈ, ਕੰਪਿਊਟਰ ਦਾ ਟੀਚਰ ਹੈ, ਥੋੜਾ ਪੰਜਾਬੀ ਦਾ ਟੀਚਰ ਹੈ, ਇੰਗਲਿਸ਼ ਦਾ ਟੀਚਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਨ ਦੇ ਟੀਚਰ ਨੇ, ਤੇ ਇਹਦੇ ਬਾਰੇ ਕੋਈ ਸੀਰੀਅਸ ਹੀ ਨਹੀਂ ਹੈਗਾ।
ਹਰ ਕੋਈ ਕਹਿੰਦਾ ਵੀ ਬੱਚੇ ਨੂੰ ਸਕੂਲ ਭੇਜ ਦਿਓ 6 ਘੰਟੇ ਉੱਥੇ ਰਹਿਣਗੇ, ਉਹ ਤੋਂ ਬਾਅਦ ਟਿਊਸ਼ਨ ਤੇ ਭੇਜ ਦਿਓ 2-3 ਘੰਟੇ ਉੱਥੇ ਰਹਿਣਗੇ, 2-3 ਘੰਟੇ ਘਰੇ ਰਹਿ ਲੈਣਗੇ ਬਸ। ਇੰਨੇ 'ਚ ਉਹ ਦੱਸੋ ਮਨ ਨੂੰ ਕਿਹਨੇ ਉਹਦੇ ਨੂੰ ਕਾਬੂ ਕਰਨਾ ਹੈ, ਕਿਹਨੇ ਉਹਨੂੰ ਸੁਥਰਾ ਬਣਾਉਣਾ ਹੈ, ਕਿਹਨੇ ਉਹਨੂੰ ਵਧੀਆ ਸੇਧ ਦੇਣੀ ਹੈ ਵੀ ਸਮਾਜ 'ਚ ਕਿਵੇਂ ਰਹਿਣਾ, ਕਿਵੇਂ ਜੀਣਾ ਜੀ। ਸੋ ਜ਼ਰੂਰੀ ਹੈ ਇਹ ਸਮਾਜ ਦੇ ਵਿੱਚ। ਦੇਖੋ ਮੈਂ ਬਹੁਤ ਹਿੰਦੂ ਲੋਕਾਂ ਨੂੰ ਵੀ ਮੈਂ ਮਿਲਦਾ, ਉਹਨਾਂ ਦੀ ਕਾਉਂਸਲਿੰਗ ਵੀ ਕਰਦਾ। ਮੈਨੂੰ ਨਾ ਇੱਕ ਲੇਡੀ ਦਾ ਕੈਨੇਡਾ ਤੋਂ ਫੋਨ ਆਉਂਦਾ, ਕਹਿੰਦੀ ਰਣਦੀਪ ਸਰ ਵੀ ਮੈਨੂੰ ਕੋਈ ਗ੍ਰੰਥ ਦੱਸੋ ਵੀ ਮੈਂ ਕਿਹੜਾ ਹੁਣ ਪੜ੍ਹਾਂ, ਵੀ ਮੈਂ ਵੇਦ ਵੀ ਪੜ੍ਹ ਚੁੱਕੀ ਹਾਂ, ਮੈਂ ਗੀਤਾ ਜੀ ਵੀ ਪੜ੍ਹ ਚੁੱਕੀ ਹਾਂ, ਤੇ ਜਿਹੜੇ ਗੁਰੂ ਮੇਰੇ ਨੇ ਨਾ, ਉਹ ਜਿਨ੍ਹਾਂ ਨੂੰ ਮੈਂ ਪੂਜਾ ਕਰਦੀ ਹਾਂ, ਉਹਨਾਂ ਨੇ ਮੈਨੂੰ ਕਿਹਾ ਵੀ ਕਲਯੁਗ ਦੇ ਵਿੱਚ ਵੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਉਹਨੂੰ ਕੁਝ ਪ੍ਰਾਪਤ ਨਹੀਂ ਹੋਣਾ। ਇਹ ਮੇਰੇ ਵਰਡਸ ਨਹੀਂ ਹੈਗੇ, ਉਸ ਹਿੰਦੂ ਭੈਣ ਦੇ ਵਰਡ ਤੇ ਉਹਦੇ ਗੁਰੂ ਦੇ ਜਿਹਦੇ ਉਹ ਇਸ਼ਟ ਦੀ ਪੂਜਾ ਕਰਦੀ ਹੈ, ਉਹ ਫੋਲੋਅਰ ਦੀ। ਉਹ ਕਹਿੰਦੇ ਵੀ ਕਲਯੁਗ ਦੇ ਵਿੱਚ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਉਹਨੂੰ ਕੁਝ ਪ੍ਰਾਪਤ ਨਹੀਂ ਹੋਇਆ, ਕਿਉਂਕਿ ਗਿਆਨ ਦਾ ਡੂੰਘਾ ਅਥਾਹ ਸਾਗਰ ਹੈ, ਜਿੰਨੇ ਮਰਜ਼ੀ ਚੂਲ ਭਰ ਲਓ ਇਹਦੇ ਵਿੱਚ ਗਿਆਨ ਦਾ, ਇਹ ਮੁੱਕਣ ਵਾਲੇ ਨਹੀਂ ਹੈਗੇ। ਸੋ ਕਲਯੁਗ ਦੇ ਸਮੇਂ ਦੇ ਵਿੱਚ ਇੱਕੋ ਇੱਕ ਟੀਚਰ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਨੇ। ਜੇ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਲਾਉਣਾ ਤੇ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਜੀਣੀ ਸਿੱਖਣੀ ਹੈ। ਬਾਕੀ ਤਾਂ ਦੁਨੀਆ ਜੋ ਮਰਜ਼ੀ ਕੁਫਰ ਤੋਲੀ ਜਾਵੇ, ਤੋਲੀ ਜਾਣ ਦਿਓ, ਪਰ ਤੁਸੀਂ ਕਦੇ ਇਕੱਲੇ ਬੈਠ ਕੇ ਸੋਚਿਓ ਵੀ ਮੈਂ ਸਮਾਜ ਲਈ ਮੇਰੀ ਕੀ ਦੇਣ ਹੈ, ਕੁਦਰਤ ਲਈ ਮੈਂ ਕੀ ਕਰ ਰਿਹਾ, ਜਾਂ ਮੈਂ ਜਨਮ ਲਿਆ ਹੁਣ ਤੱਕ ਮੈਂ ਅੱਜ ਤੱਕ ਕੀ ਕਰਿਆ। ਇਹ ਜਦੋਂ ਸੋਚਣਾ ਸ਼ੁਰੂ ਕਰੂੰਗਾ ਨਾ, ਤੁਹਾਡੀ ਆਟੋਮੈਟਿਕਲੀ ਲਾਈਫ ਚੇਂਜ ਹੋਣੀ ਸ਼ੁਰੂ ਹੋ ਜਾਣੀ ਹੈ। ਤਲਾਕ ਦਾ ਸਭ ਤੋਂ ਵੱਡਾ ਕਾਰਨ ਤੁਹਾਨੂੰ ਕੀ ਲੱਗਦਾ ਵੀ ਆਹ ਹੋ ਸਕਦਾ? ਤਲਾਕ ਦਾ ਸਭ ਤੋਂ ਵੱਡਾ ਕਾਰਨ ਹੈ, ਕਾਪੀ ਪੈਨ ਚੱਕ ਕੇ ਲਿਖ ਲਓ ਮੇਰੇ ਵੱਲੋਂ, ਮਾਪਿਆਂ ਦੀ ਬੇਫਜ਼ੂਲ ਦੀ ਇੰਟਰਫੇਰੈਂਸ ਬੱਚਿਆਂ ਦੀ ਮੈਰਿਜ ਲਾਈਫ ਦੇ ਵਿੱਚ। ਭਾਵੇਂ ਕੁੜੀ ਦੇ ਮਾਪੇ ਨੇ, ਭਾਵੇਂ ਉਹ ਮੁੰਡੇ ਦੇ ਮਾਪੇ ਨੇ, ਉਹਨਾਂ ਦੀ ਇੰਟਰਫੇਰੈਂਸ ਹੀ ਤਲਾਕ ਵੱਲ ਨੂੰ ਲੈ ਕੇ ਜਾਂਦੀ ਉਹਨਾਂ ਦੇ ਬੱਚਿਆਂ ਨੂੰ। ਕਿਉਂਕਿ ਕੁੜੀ ਦੇ ਮਾਪੇ ਚਾਹੁੰਦੇ ਆ ਵੀ ਸਾਡੀ ਕੁੜੀ ਦੀ ਪਹਿਲੇ ਦਿਨ ਤੋਂ ਹੀ ਚੱਲਣੀ ਸ਼ੁਰੂ ਹੋਵੇ, ਪਹਿਲੇ ਦਿਨ ਤੋਂ ਇਹਨੂੰ ਮਲਕੀਅਤ ਮਿਲੇ, ਪਹਿਲੇ ਦਿਨ ਤੋਂ ਹੀ ਇਹਦੀ ਹਰ ਇੱਛਾ ਪੂਰੀ ਹੋਵੇ। ਤੇ ਮੁੰਡੇ ਦੀ ਮਾਂ ਇਹ ਕਹਿੰਦੀ ਹੈ ਵੀ ਮੇਰੇ ਹੁੰਦੇ ਹੋਏ ਇਹਦੀ ਕਦੇ ਵੀ ਨਹੀਂ ਚੱਲ ਸਕਦੀ, ਪਿਸ ਕੇ ਦੋਨੇ ਜਾਣੇ। ਤੇ ਮੈਂ ਮੁੰਡੇ ਕੁੜੀ ਦੋਨਾਂ ਨੂੰ ਇੱਕ ਗੱਲ ਕਹਿਣਾ ਵੀ ਕੁਛ ਮਰਜ਼ੀ ਹੋ ਜਾਵੇ, ਤੁਸੀਂ ਪਹਿਲਾਂ ਆਪਣੇ ਦੋਨਾਂ ਦੀ ਲਾਈਫ ਬਾਰੇ ਸੋਚਣਾ ਹੈ। ਮਾਪਿਆਂ ਨੇ ਤਾਂ ਆਪਣੀ ਜ਼ਿੰਦਗੀ ਜੀ ਲਈ, ਇਹ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਡਿਸਰਿਸਪੈਕਟ ਕਰੋ, ਉਹਨਾਂ ਦੀ ਇੱਜ਼ਤ ਨਾ ਕਰੋ, ਪਰ ਜੋ ਬੋਲਦੇ ਬੋਲੀ ਜਾਣ। ਐਟ ਦੀ ਐਂਡ ਡਿਸੀਜਨ ਤੁਹਾਡਾ ਹੋਣਾ ਚਾਹੀਦਾ, ਉਹਨਾਂ ਦਾ ਨਹੀਂ ਹੋਣਾ ਚਾਹੀਦਾ। ਤੁਸੀਂ ਕਠਪੁਤਲੀ ਨਹੀਂ ਹੈਗੇ। ਜਿਵੇਂ ਉਹ ਕਦੇ ਵਿਆਹ ਕੇ ਆਏ ਸੀ, ਉਹਨਾਂ ਨੇ ਆਪਣੀ ਜ਼ਿੰਦਗੀ ਜੀ ਹੈ, ਤੁਸੀਂ ਵੀ ਨਵਾਂ ਵਿਆਹ ਕਰਾਇਆ, ਤੁਸੀਂ ਵੀ ਜ਼ਿੰਮੇਵਾਰੀ ਨਾਲ ਜ਼ਿੰਦਗੀ ਜੀਣੀ ਹੈ, ਤੁਸੀਂ ਵੀ ਰਿਸਪੌਂਸੀਬਲ ਹੋਣਾ। ਇਸ ਕਰਕੇ ਕਹਿੰਦਾ ਤੁਹਾਡੇ ਮਾਪੇ ਹੀ ਤੁਹਾਡੀ ਜ਼ਿੰਦਗੀ ਦਾ ਵਿਨਾਸ਼ਕਾਰ ਲਿਖਣ ਨੂੰ ਤਿਆਰ ਬੈਠੇ ਆ। ਇਸ ਕਰਕੇ ਬਚ ਕੇ ਰਹੋ ਇਹ ਗੱਲਾਂ ਤੋਂ। ਬਹੁਤ ਥਾਊਜ਼ੈਂਡਸ ਆਫ ਕੇਸਿਸ ਮੈਂ ਦੇਖ ਚੁੱਕਿਆ ਜਿਹਦੇ ਵਿੱਚ ਮਾਪੇ ਕਸੂਰਵਾਰ ਨੇ ਬੱਚਿਆਂ ਦੇ ਤਲਾਕ ਲਈ। ਸੋ ਸਮਝਦਾਰ ਹੋ, ਅੰਡਰਸਟੈਂਡਿੰਗ ਕਰੋ, ਇੱਕ ਦੂਸਰੇ ਨਾਲ ਬਣਾ ਕੇ ਰੱਖੋ। ਕਿ ਦੇਖੋ ਕਿਸੇ ਦਾ ਸੁਭਾਅ ਕਿਸੇ ਨਾਲ ਨਹੀਂ ਮਿਲਦਾ ਹੁੰਦਾ। ਜਦੋਂ ਤੁਸੀਂ ਦੋਨਾਂ ਨੇ ਜਨਮ ਲਿਆ ਸੀ, ਤੁਸੀਂ ਇੱਕ ਵੱਖਰੀ ਦੁਨੀਆ 'ਚ ਜੀ ਰਹੇ ਸੀਗੇ। ਤੁਸੀਂ ਜਦੋਂ ਇਕੱਠੇ ਹੋਏ ਆ, ਥੋੜੀ ਵੱਖਰੀ ਸੋਚ ਸੀ ਦੋਨਾਂ ਦੀ, ਵੱਖਰੀ ਲਾਈਫ ਸਟਾਈਲ ਸੀਗਾ, ਵੱਖਰੀ ਐਕਸਪੈਕਟੇਸ਼ਨ ਸੀ, ਵੱਖਰੇ ਸੁਪਨੇ ਸੀਗੇ। ਪਰ ਜਦੋਂ ਇੱਕ ਦੂਸਰੇ ਨਾਲ ਮਿਲੇ ਗਏ, ਫਿਰ ਵੱਖਰਾ ਕੁਝ ਨਹੀਂ ਹੋਣਾ ਚਾਹੀਦਾ। ਫਿਰ ਇੱਕ ਦੂਸਰੇ ਲਈ ਸੋਚਣਾ, ਇੱਕ ਦੂਸਰੇ ਲਈ ਜੀਣਾ, ਇੱਕ ਦੂਸਰੇ ਲਈ ਜ਼ਿੰਦਗੀ ਨੂੰ ਹੰਡਾਉਣਾ। ਫਿਰ ਇੱਕ ਦੂਸਰੇ ਲਈ ਹੋਣਾ ਚਾਹੀਦਾ, ਆਪਣੇ ਲਈ ਨਹੀਂ ਹੋਣਾ ਚਾਹੀਦਾ ਹੈਗਾ। ਸੋ ਜਿੰਨਾ ਹੋ ਸਕੇ ਆਪਣੇ ਲੈਵਲ ਤੇ ਗੱਲਬਾਤ ਕਰੋ, ਕਦੇ ਮਿਸਅੰਡਰਸਟੈਂਡਿੰਗ ਨਾ ਕ੍ਰੀਏਟ ਕਰਿਓ। ਕਿਉਂਕਿ ਕਈ ਵਾਰੀ ਹੁੰਦਾ ਨਾ, ਮਾਂ ਕਹਿ ਦਿੰਦੀ ਹੈ ਵੀ ਤੇਰੀ ਨੂੰ ਬਹੂ ਆਹ ਕਰ, ਤੇਰੀ ਘਰ ਵਾਲੀ ਆਹ ਕਰਦੀ ਹੈ, ਮੈਨੂੰ ਦੇਖ ਲਾ ਉਹਨੇ ਆਹ ਕੁਛ ਕਿਹਾ। ਹਰ ਗੱਲ ਦਾ ਸਲਿਊਸ਼ਨ ਹੈਗਾ ਨਿਮਰਤਾ ਤੇ ਪਿਆਰ ਨਾਲ ਬੋਲੇ ਹੋਏ ਸ਼ਬਦ। ਕੈੜੇ ਹੋਣੇ ਸ਼ੁਰੂ ਹੋ ਗਏ, ਰੋਬ ਮਾਰਨਾ ਸ਼ੁਰੂ ਕਰਤਾ, ਰਿਲੇਸ਼ਨਸ਼ਿਪ ਖਰਾਬ ਕਰਨਾ ਸ਼ੁਰੂ ਕਰ ਦੇਣਾ ਤੁਸੀਂ। ਇਸ ਚੀਜ਼ ਤੋਂ ਬਚ ਕੇ ਰਹੋ। ਤੁਸੀਂ ਪੇਰੈਂਟਸ ਨੂੰ ਬੱਚਿਆਂ ਨੂੰ ਖੁੱਲ੍ਹੇ ਤੌਰ ਤੇ ਪੁੱਛਣਾ ਚਾਹੀਦਾ ਵੀ ਬੱਚਿਓ ਤੁਹਾਡੀ ਵਿਆਹ ਦੀ ਉਮਰ ਹੋ ਗਈ, ਵੀ ਤੁਹਾਡਾ ਕੋਈ ਆਪਣਾ ਕੋਈ ਪਸੰਦ ਕਰਿਆ ਹੋਇਆ ਹੈਗਾ, ਜਾਂ ਫਿਰ ਅਸੀਂ ਤੁਹਾਡੇ ਲਈ ਅਰੇਂਜ ਕਰੀਏ ਤੁਹਾਡੇ ਵਿਆਹ ਦੇ ਲਈ ਕੋਈ ਲਾਈਫ ਪਾਰਟਨਰ। ਜੇ ਤਾਂ ਬੱਚੇ ਨੇ ਅਰੇਂਜ ਕਰਿਆ, ਲੱਭਿਆ ਹੋਇਆ, ਫਿਰ ਉਹਦੀ ਵੈਰੀਫਿਕੇਸ਼ਨ ਕਰੋ। ਤੇ ਇਸ ਦੇ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਜੇ ਉਹਦੀ ਵੈਰੀਫਿਕੇਸ਼ਨ ਕਰਾ ਰਹੇ ਆ। ਕਿਉਂਕਿ ਜੇ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ, ਵਿਆਹ ਕਰਾਉਣਾ ਹੀ ਹੈ, ਤੇ ਮਾਪਿਆਂ ਨੂੰ ਇੰਨਾ ਤਾਂ ਹੱਕ ਹੈਗਾ ਹੀ ਹੈਗਾ ਵੀ ਜਿਹਨੂੰ ਆਪਣੀ ਧੀ ਪੁੱਤ ਦੇਣੀ ਹੈ ਉਹਦੇ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੱਲ੍ਹ ਨੂੰ ਇਹਨੂੰ ਖੁਸ਼ ਰੱਖੂ ਜਾਂ ਇਹਦੀ ਜ਼ਿੰਦਗੀ ਖਰਾਬ ਕਰੂਗਾ। ਸੋ ਇਹਦੇ ਵਿੱਚ ਬੱਚਿਆਂ ਨੂੰ ਸਟੈਂਡ ਲੈਣਾ ਚਾਹੀਦਾ ਆਪਣੇ ਮਾਪਿਆਂ। ਨਹੀਂ ਠੀਕ ਹੈ ਪਾਪਾ, ਤੁਸੀਂ ਇਸ ਵੈਰੀਫਿਕੇਸ਼ਨ ਕਰੋ, ਮੇਰੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ, ਮੈਂ ਤੁਹਾਡੇ ਫਾਈਨਲ ਡਿਸੀਜਨ ਨਾਲ ਸਹਿਮਤ ਹੋਊਂਗੀ। ਜੇ ਉਹ ਮੁੰਡਾ ਕੁੜੀ ਠੀਕ ਨੇ, ਚੰਗੇ ਨੇ, ਗੁਣਕਾਰੀ, ਸੰਸਕਾਰੀ ਹੈ, ਤੇ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਪਰ ਜੇ ਤੁਹਾਡਾ ਪਹਿਲਾਂ ਹੀ ਅਫੇਅਰ ਚੱਲ ਰਿਹਾ ਤੇ ਤੁਸੀਂ ਉਹਨੂੰ ਦੱਬ ਘੁੱਟ ਕੇ ਲੁਕੋਇਆ ਹੋਇਆ ਜ਼ਬਰਦਸਤੀ ਹੋਰ ਜਗ੍ਹਾ ਵਿਆਹ ਕਰ ਰਹੇ ਹੋ, ਤੁਸੀਂ ਆਪਣੀ ਵੀ ਜ਼ਿੰਦਗੀ ਖਰਾਬ ਕਰ ਰਹੇ ਹੋ। ਤੁਸੀਂ 3 ਘਰ ਬਰਬਾਦ ਕਰ ਰਹੇ ਹੋ, ਜਿਹਦੇ ਘਰ ਜਾਣਾ, ਜਿਹਦੇ ਨਾਲ ਪਹਿਲਾਂ ਲੱਗੀ ਹੈ, ਤੇ ਆਪਦੀ ਜ਼ਿੰਦਗੀ। ਇਹ ਕੋਈ ਸਿਆਣਪ ਨਹੀਂ ਹੈਗੀ, ਨਾ ਇਹ ਕੋਈ ਸਿਆਣੀ ਗੱਲ ਹੈ। ਸਮਾਂ ਆ ਗਿਆ, ਆਪਣੀ ਸੋਚ ਨੂੰ ਬਦਲੋ, ਖੋਲੋ, ਤੇ ਆਪਣੇ ਪੇਰੈਂਟਸ ਦੇ ਨਾਲ ਖੁੱਲ੍ਹ ਕੇ ਗੱਲਬਾਤ ਕਰੋ ਜੋ ਵੀ ਹੈਗਾ। ਤੇ ਮੈਂ ਮਾਪਿਆਂ ਨੂੰ ਵੀ ਕਹਿਣਾ,
ਬਹੁਤਾ ਓਨਰ ਕਿਲਿੰਗ ਵਾਲੇ ਓਨਰ ਕਿਲਿੰਗ ਹੁੰਦੀ ਹੈ ਵੀ ਜਦੋਂ ਨਾ ਸਾਡੀ ਈਗੋ ਆ ਗਈ ਵੀ ਹੁਣ ਤਾਂ ਅਸੀਂ ਅੱਛਾ ਤੇਰੀ ਫਲਾਣੇ ਮੁੰਡੇ ਨਾਲ ਗੱਲ ਹੈ ਉਹਨੂੰ ਮਾਰ ਦਿਓ, ਉਹਨੂੰ ਵੱਢ ਦਿਓ, ਉਹਨੂੰ ਸਿੱਟ ਦਿਓ। ਇਹ ਕੋਈ ਗੱਲ ਨਹੀਂ, ਉਹ ਵੀ ਕਿਸੇ ਦਾ ਧੀ ਪੁੱਤ ਹੈ, ਚਾਹੇ ਉਹ ਧੀ ਹੈ ਚਾਹੇ ਪੁੱਤ ਹੈ। ਇਹ ਹਮੇਸ਼ਾ ਮਿਊਚੁਅਲ ਅੰਡਰਸਟੈਂਡਿੰਗ ਤੇ ਜਾ ਕੇ ਗੱਲ ਹੁੰਦੀ। ਤੁਸੀਂ ਆਪਣੇ ਬੱਚੇ ਵੱਲ ਦੇਖੋ, ਉਹਦੀਆਂ ਇੱਛਾਵਾਂ ਵੀ ਨੇ, ਉਹਦਾ ਜ਼ਿੰਦਗੀ ਦਾ ਜੀਣ ਦਾ ਤਰੀਕਾ ਵੀ ਹੈ। ਜੇ ਤੁਹਾਨੂੰ ਨਹੀਂ ਪਸੰਦ ਆਉਂਦਾ ਤਾਂ ਤੁਸੀਂ ਉਹਨੂੰ ਕਾਉਂਸਲਿੰਗ ਕਰੋ, ਉਹਨੂੰ ਸਮਝਾਓ ਵੀ ਇਹ ਚੀਜ਼ਾਂ ਤੇਰੇ ਲਈ ਠੀਕ ਨੇ, ਇਹ ਠੀਕ ਨਹੀਂ ਹੈਗੀਆਂ, ਕਿਉਂਕਿ ਇਹ ਉਮਰ ਹੀ ਇੱਦਾਂ ਦੀ ਹੈ। ਮਾਪਿਆਂ ਨੂੰ ਮੈਚਿਓਰ ਹੋਣਾ ਚਾਹੀਦਾ। ਵੀ ਦੇਖੋ, ਮੈਂ ਮਾਪਿਆਂ ਨੂੰ ਇੱਕ ਗੱਲ ਕਹਿਣਾ, ਜ਼ਿੰਦਗੀ ਹਮੇਸ਼ਾ ਨਾ ਨਵੇਂ ਮੋੜਾਂ ਤੇ ਜਾ ਕੇ ਰੁਕਦੀ ਹੈ। ਹਰ ਮੋੜ ਸੌਖਾ ਨਹੀਂ ਹੁੰਦਾ, ਕਈ ਵਾਰੀ ਮੋੜ ਔਖੇ ਵੀ ਆਉਂਦੇ ਆ। ਔਖੇ ਮੋੜਾਂ ਦੇ ਵਿੱਚ ਉਨੀ ਉਹ ਸਮਝਦਾਰੀ ਤੇ ਉਨੀ ਸਹਿਨਸ਼ੀਲਤਾ ਨਾਲ ਡਿਸੀਜਨ ਲੈਣੇ ਚਾਹੀਦੇ ਆ ਤਾਂ ਜੋ ਖਲਾਰਾ ਖਰਾਬ ਹੋਣ ਦੀ ਬਜਾਏ ਉਹਨੂੰ ਸਮੇਟਿਆ ਤੇ ਸਹੀ ਕੀਤਾ ਜਾ ਸਕੇ। ਬੰਦਾ ਅੱਜ ਕੱਲ ਖੁਦਕੁਸ਼ੀਆਂ ਦੇ ਦੌਰ ਵਿੱਚੋਂ ਗੁਜ਼ਰ ਰਿਹਾ। ਬਿਲਕੁਲ ਜੀ। ਬਚਪਨ, ਜਵਾਨੀ, ਬੁਢਾਪਾ, ਇਹ ਜ਼ਿੰਦਗੀ ਦੇ ਇਹ ਸਾਰੇ ਰੰਗ, ਔਰਤਾਂ ਲਾ ਲਓ ਹੈ ਨਾ, ਇਹ ਜ਼ਿੰਦਗੀ ਦੇ ਸਾਰੇ ਰੰਗ ਨੇ ਜਿਹੜੇ ਖੁਦਕੁਸ਼ੀ ਵੱਲ ਵੱਧ ਗਏ। ਤੁਹਾਨੂੰ ਕੀ ਲੱਗਦਾ ਹੈ ਕਿ ਖੁਦਕੁਸ਼ੀ ਨੂੰ ਰੋਕਣ ਦਾ ਕੋਈ ਹੱਲ ਹੈਗਾ? ਦੇਖੋ, ਖੁਦਕੁਸ਼ੀਆਂ ਹੋ ਰਹੀਆਂ ਸਹਿਨਸ਼ੀਲਤਾ ਕਰਕੇ, ਲੋਕਾਂ 'ਚ ਸਬਰ ਖਤਮ ਹੁੰਦਾ ਜਾ ਰਿਹਾ, ਬਹੁਤ ਛੇਤੀ ਡਿਸੀਜਨ ਲੈਂਦੇ ਆ ਤੇ ਉਹ ਸੋਚਦੇ ਛੋਟਾ ਹੈ। ਜਦੋਂ ਸੋਚ ਦਾ ਦਾਇਰਾ ਵੱਡਾ ਹੋ ਜਾਊਗਾ ਨਾ, ਬੰਦਾ ਫਿਰ ਮਰੂਗਾ ਨਹੀਂਗਾ। ਉਹ ਪਤਾ, ਦੇਖੋ ਮੈਂ ਫੇਰ ਇੱਕ ਗੱਲ ਕਹਿਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀ ਆਉਂਦੀ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ, ਅਬ ਕੀ ਬਾਰ ਬਖਸ਼ ਬੰਦੇ ਕੋ, ਫੇਰ ਨਾ ਭੌਜਲ ਫੇਰਾ। ਕਹਿਣ ਦਾ ਮਤਲਬ ਇਹ ਹੈ ਵੀ ਤੁਹਾਨੂੰ ਹਲੇ ਨਾ ਹਿਊਮਨ ਫਾਰਮ ਦੀ ਕੀਮਤ ਨਹੀਂ ਪਤਾ, ਮਨੁੱਖਾ ਜਨਮ ਦੀ ਕੀਮਤ ਨਹੀਂ ਪਤਾ, ਇਸ ਕਰਕੇ ਇਹਨੂੰ ਉਈਓ ਖਤਮ ਕਰੀ ਜਾ ਰਹੇ ਹੋ। ਤੁਸੀਂ ਜਾਨਵਰ ਨੇ, ਪੰਛੀ ਨੇ, ਪੇੜ ਪੌਦੇ ਨੇ ਜਾਂ ਹੋਰ ਕਿੰਨੀਆਂ ਵੀ ਜੂਨਾਂ ਨੇ, ਉਹ ਪਾਰ ਕਰਕੇ ਆ ਕੇ ਸਾਨੂੰ ਇੱਕ ਓਪਰਚੁਨਿਟੀ ਮਿਲੀ ਹੈ ਮਨੁੱਖਾ ਜਨਮ ਦੀ। ਇਸ ਜਨਮ ਦੇ ਵਿੱਚ ਸਾਨੂੰ ਪੂਰੀ ਅਥਾਰਟੀ ਹੈ ਵੀ ਜੋ ਚੰਗੇ ਤੋਂ ਚੰਗਾ, ਜੋ ਵਧੀਆ ਤੋਂ ਵਧੀਆ, ਜੋ ਭਲਾਈ ਵਾਲਾ ਕਰ ਸਕਦੇ ਅਸੀਂ ਕਰ ਲਈਏ ਵੱਧ ਤੋਂ ਵੱਧ। ਪਰ ਲੋਕਾਂ ਦੇ ਆਪਣੇ ਨਹੀਂ ਮਸਲੇ ਮੁੱਕਦੇ ਹੈਗੇ। ਸੋ ਉਹਨਾਂ ਨੂੰ ਇਹਦੀ ਕੀਮਤ, ਜਦੋਂ ਇਨਸਾਨ ਨੂੰ ਕਿਸੇ ਚੀਜ਼ ਦੀ ਕੀਮਤ ਬਾਰੇ ਨਹੀਂ ਨਾ ਪਤਾ ਹੁੰਦਾ, ਹੀਰੇ ਨੂੰ ਕਈ ਵਾਰੀ ਕੱਚ ਦੇ ਸਮਾਨ ਬੰਦਾ ਵੇਚ ਆਉਂਦਾ ਹੁੰਦਾ ਜਾ ਕੇ। ਹੁਣ ਮੈਂ ਇੱਕ ਹੋਰ ਗੱਲ ਕਰਦਾ, ਕੋਹੀਨੂਰ ਹੀਰਾ ਨਾ, ਕੋਹੀਨੂਰ ਹੀਰਾ ਇੰਗਲੈਂਡ ਦੀ ਰਾਣੀ ਦੇ ਕੋਲ ਸੀਗਾ, ਹੁਣ ਤਾਂ ਰਾਣੀ ਹੈ ਨਹੀਂ, ਚੜ੍ਹਾਈ ਕਰ ਗਈ। ਹੁਣ ਜਿਹੜਾ ਕੋਹੀਨੂਰ ਹੀਰਾ ਉਹ ਦੁਨੀਆ ਦਾ ਸਭ ਤੋਂ ਕੀਮਤੀ ਸ਼ੈ ਮੰਨੀ ਗਈ ਆ ਉਹ, ਤੇ ਮਨੁੱਖਾ ਜਨਮ ਉਹ ਤੋਂ ਵੀ ਕੀਮਤੀ ਹੈ। ਹੁਣ ਤੁਸੀਂ ਕਹਿਣਾ, ਤੁਸੀਂ ਬੈਠੇ ਹੋ, ਤੁਸੀਂ ਹੋਗੇ, ਮੈਂ ਹੋਗੇ, ਹੋਰ ਕੋਈ ਵੀ ਪ੍ਰਾਣੀ ਹੈ ਦੁਨੀਆ ਦੇ ਉੱਤੇ, ਤੁਹਾਡੀ ਮੇਰੀ ਸਾਰਿਆਂ ਦੀ ਜਿਹੜੀ ਇਮੇਜ ਹੈ, ਜਿਹੜੀ ਆਈਡੈਂਟੀਟੀ ਹੈ, ਬਹੁਤ ਪਾਵਰਫੁਲ ਹੈ, ਕੀਮਤੀ, ਕਿਉਂਕਿ ਅਸੀਂ ਮਨੁੱਖਾ ਜਨਮ 'ਚ ਹੈ। ਕੀ ਪਤਾ ਤੁਸੀਂ ਕੱਲ੍ਹ ਨੂੰ PM ਬਣ ਜਾਓ, CM ਬਣ ਜਾਓ, ਤੁਹਾਡੀ ਐਫਰਟਸ ਨਾਲ ਬਣਨਾ ਹੈ। ਤੁਸੀਂ ਕੱਲ੍ਹ ਨੂੰ ਨਾਸਾ ਦਾ ਸਾਇੰਟਿਸਟ ਬਣ ਜਾਓ ਬਹੁਤ ਵੱਡਾ, ਤੁਸੀਂ ਕੱਲ੍ਹ ਨੂੰ ਕੁਛ ਵੀ ਬਣ ਜਾਓ, ਉਹ ਤੁਸੀਂ ਆਪਣੀ ਕੈਪੇਬਿਲਿਟੀ ਨਾਲ ਬਣਨਾ ਹੈ। ਤੁਸੀਂ ਕੱਲ੍ਹ ਨੂੰ ਸਮਾਜ ਦੇ ਵਿੱਚ ਕੁਛ ਐਸੀਆਂ ਚੇਂਜਿਸ ਲਿਆਓ, ਇੰਨੀਆਂ ਵਧੀਆ ਚੇਂਜਿਸ ਲਿਆਓ ਵੀ ਸਮਾਜ ਖੁਸ਼ ਹੋ ਜਾਵੇ, ਆਸ਼ਾ ਕਰ ਉੱਠੇ ਵੀ ਯਾਰ ਸ਼ੁਕਰ ਹੈ ਇਹ ਬੰਦਾ ਆਇਆ, ਇਹਨੇ ਜਨਮ ਲਿਆ, ਸਾਡੀ ਭਲਾਈ ਹੋ ਗਈ। ਹੁਣ ਇਹ ਤਾਂ ਉਹੀ ਕਰੋ ਜਿਹਨੂੰ ਪਤਾ ਹੈ। ਹੁਣ ਲੋਕੀ ਇੰਨੀ ਕੁ ਗੱਲ ਪਿੱਛੇ ਲੜ ਪੈਂਦੇ ਆ ਵੀ, ਹੁਣ ਦੇਖੋ ਦੋ ਮੁੰਡਿਆਂ ਦੀ ਲੜਾਈ ਹੋ ਗਈ ਆਪਸ 'ਚ, ਇੰਨੀ ਕੁ ਗੱਲ ਪਿੱਛੇ ਵੀ ਤੂੰ ਗੱਡੀ ਦੀ ਮੈਨੂੰ ਸਾਈਡ ਨਹੀਂ ਦਿੱਤੀ ਹੈਗੀ, ਇੰਨੀ ਛੋਟੀ ਜਿਹੀ ਗੱਲ ਰੋਡ ਰੇਜ ਕਹਿੰਦੇ, ਮੈਨੂੰ ਸਾਈਡ ਨਹੀਂ ਦਿੱਤੀ, ਲੜ ਪਏ, ਗੋਲੀ ਕੱਢੀ, ਬੰਦਾ ਮਾਰਤਾ। ਹੁਣ ਇਹ ਮੂਰਖਤਾ ਦੀ ਕਿੱਡੀ ਵੱਡੀ ਗੱਲ ਹੈ ਵੀ ਦੇਖੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜੇ ਹੀ ਖਤਰਨਾਕ ਨੇ ਆਪਣੀ ਲੈਵਲ ਤੋਂ ਜਦੋਂ ਉੱਪਰ ਚਲੇ ਜਾਂਦੇ ਆ। ਉਹ ਤੋਂ ਬਾਅਦ ਸਿਵਾਏ ਪਛਤਾਵੇ ਤੋਂ ਕੁਛ ਪੱਲੇ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 2 ਵਾਰੀ ਇੱਕ ਪੰਕਤੀ ਆਉਂਦੀ, ਉਹਦੇ ਵਿੱਚ ਨਾ ਇੱਕ ਕਾਮ ਨੂੰ ਤੇ ਇੱਕ ਕ੍ਰੋਧ ਨੂੰ ਐਡਰੈਸ ਕਰਿਆ। ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਸਭ ਤੋਂ ਵੱਧ ਜ਼ੋਰ ਇਹ ਚੀਜ਼ ਦਾ, ਗੁੱਸੇ ਦੇ ਵਿੱਚ ਦੁਨੀਆ ਦੇ ਸਭ ਤੋਂ ਗਲਤ ਕੰਮ ਅਸੀਂ ਕਰਦੇ ਹਾਂ। ਉਹ ਕਿਹੜੇ ਕੰਮ ਹੈ? ਕਿਸੇ ਨੂੰ ਗੋਲੀ ਮਾਰਨੀ, ਕਿਸੇ ਤੇ ਲੜਾਈ ਕਰਨੀ, ਕਿਸੇ ਦਾ ਅਤਿਆਚਾਰ ਕਰਨਾ, ਇਹ ਗੁੱਸੇ ਵਾਲੇ ਕੰਮ ਨੇ। ਕਿਸੇ ਨੂੰ ਜਲੀਲ ਕਰਨਾ ਗੁੱਸੇ ਵਾਲੇ ਕੰਮ ਨੇ। ਤੇ ਥਾਣੇ ਦੇ ਵਿੱਚ ਪਰਚੇ ਦੇਖਿਓ ਕਿੰਨੇ ਵੱਧ ਤੋਂ ਵੱਧ ਹੋਣਗੇ, ਲੜਾਈ ਦੇ ਕੇਸ 'ਚ ਹੋਣਗੇ ਪਰਚੇ। ਤੇ ਜ਼ਿੰਦਗੀ ਦੇ ਜੇ ਇੱਕ ਬੰਦੇ ਦੀ 80 ਸਾਲ ਦੀ ਉਮਰ ਹੈ, 20 ਸਾਲਾਂ 'ਚ ਉਹਦੇ ਪਰਚੇ ਪੈ ਗਏ, 20 ਤੋਂ 40 ਸਾਲ ਤੱਕ 20 ਸਾਲ ਦਾ ਜਿਹੜਾ ਦਾਇਰਾ ਉਹ ਤਾਂ ਜੇਲ੍ਹਾਂ ਜੂਲਾਂ 'ਚ ਹੀ ਲੰਘ ਗਿਆ, ਜਿਹੜਾ ਤਾਂ ਗੋਲਡਨ ਪੀਰੀਅਡ ਸੀਗਾ। ਰਹਿ ਗਿਆ 40 ਤੋਂ ਬਾਅਦ ਸਰੀਰ ਨੇ ਹੁਣ ਢਲਣਾ ਸ਼ੁਰੂ ਹੋ ਜਾਣਾ, ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਨੇ, ਸਰੀਰ ਨੇ ਬਿਮਾਰ ਹੋਣਾ ਸ਼ੁਰੂ ਹੋ ਜਾਣਾ। ਤੇ ਉਹ ਤੋਂ ਬਾਅਦ ਜਿਹੜੇ 20 ਸਾਲ ਆਉਣੇ, ਜੇ 60 ਸਾਲ ਦੀ ਉਮਰ ਤੱਕ ਜੀਣਾ, 20 ਸਾਲ ਜਿਹੜੇ ਰਹਿ ਗਏ ਉਹ ਵੀ ਉਹਦੇ ਬਰਬਾਦ ਵਰਗੇ ਹੀ ਨੇ, ਪੱਲੇ ਪੁੱਲੇ ਉਹਦੇ ਕੁਛ ਨਹੀਂ ਹੈਗਾ। ਤਾਂ ਹੀ ਕਿਹਾ ਵੀ ਜਿੰਨਾ ਹੋ ਸਕੇ ਛੋਟੀ ਉਮਰ ਤੋਂ ਚੰਗੇ ਸੰਸਕਾਰ ਦੇਣੇ ਸ਼ੁਰੂ ਕਰੋ, ਲੈਣੇ ਸ਼ੁਰੂ ਕਰੋ, ਤਾਂ ਹੀ ਅਸੀਂ ਬਚ ਸਕਦੇ ਹਾਂ। ਨਹੀਂ ਸਮਾਜ ਨੂੰ ਗਰਕ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਹੈਗਾ, ਕਿਉਂਕਿ ਦੁਨੀਆ ਮਤਲਬ ਵਾਲੀ ਰਾਹ ਤੇ ਤੁਰ ਪਈ। ਕਿਸੇ ਨੂੰ ਕੋਈ ਮਤਲਬ ਨਹੀਂ, ਕੋਈ ਕਿੰਨਾ ਵੀ ਬੁਰੀ ਹਾਲਾਤਾਂ 'ਚ ਜੀ ਰਿਹਾ,
ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ। ਇਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਆਪ ਦੇਖਣੀ ਹੈ ਵੀ ਮੈਂ ਚੋਂ ਬਾਹਰ ਨਿਕਲਣਾ ਜਾਂ ਨਹੀਂ ਨਿਕਲਣਾ। ਤੁਸੀਂ ਅੱਜ ਮਰ ਜਾਓ ਕੱਲ ਮਰ ਜਾਓ, ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਸਿਵਾਏ ਤੁਹਾਡੇ ਪਾਰਟਨਰ ਤੋਂ, ਤੁਹਾਡੇ ਬੱਚਿਆਂ, ਤੁਹਾਡੇ ਮਾਪਿਆਂ ਤੋਂ, ਹੋਰ ਕਿਸੇ ਨੂੰ ਕੋਈ ਫਰਕ ਨਹੀਂ ਪੈਣਾਗਾ। ਸੋਚ ਸਮਝ ਕੇ ਡਿਸੀਜਨ ਲਓ, ਕਿਉਂਕਿ ਜਿਨ੍ਹਾਂ ਦੇ ਤੁਸੀਂ ਜਾਏ ਹੋ, ਜਿਨ੍ਹਾਂ ਨੇ ਤੁਹਾਨੂੰ ਜੰਮਿਆ, ਉਹ ਆਪਣੀ ਅੱਖਾਂ ਦੇ ਮੂਹਰੇ ਤੁਹਾਨੂੰ ਜਾਂਦਾ ਕਦੇ ਨਹੀਂ ਦੇਖ ਸਕਣਗੇ। ਤੇ ਜਿਹੜਾ ਤੁਹਾਡਾ ਲਾਈਫ ਪਾਰਟਨਰ ਹੈ ਉਹ ਤਾਂ ਉਮੀਦ ਹੀ ਤੁਹਾਡੇ ਤੇ ਲਾਈ ਬੈਠਾ ਹੈ। ਤੇ ਜਿਹਦੇ ਤੁਸੀਂ ਮਾਂ ਪਿਓ, ਜੇ ਤੁਸੀਂ ਪਹਿਲਾਂ ਚਲੇ ਜਾਂਦੇ ਹੋ ਤੇ ਛੋਟੇ ਆ, ਤੇ ਉਹਨਾਂ ਨੂੰ ਆਸਰਾ ਕਿਹਨੇ ਦੇਣਾ ਹੈ? ਭਾਵੇਂ 100 ਚਾਚਾ ਹੋਵੇ, ਇੱਕ ਪਿਓ ਦੀ ਬਰਾਬਰੀ ਨਹੀਂ ਕਰ ਸਕਦਾ ਹੈਗਾ। ਸੋ ਪਿਓ ਪਿਓ ਹੀ ਹੈ, ਸ਼ਰੀਕ ਸ਼ਰੀਕ ਹੈ, ਚਾਚੇ ਚਾਚੇ ਹੀ ਨੇ। ਸੋਚ ਸਮਝ ਕੇ ਡਿਸੀਜਨ ਲਿਆ ਕਰੋ ਸੁਸਾਈਡ ਵਾਲਾ, ਵੀ ਇਹ ਤਾਂ ਕੰਮ ਕਰਨਾ ਹੀ ਨਹੀਂ ਹੈਗਾ ਆਪਾਂ। ਬੱਚਿਆਂ ਦੀ ਜ਼ਿੰਦਗੀ ਅੱਜ ਮੋਬਾਈਲ ਯੁੱਗ ਦੇ ਵਿੱਚ ਮੋਬਾਈਲ ਚੜ੍ਹ ਕੇ ਰਹਿ ਗਈ ਹੈ। ਕਈ ਵਾਰੀ ਮੈਨੂੰ ਕੋਈ ਮਾਤਾ ਪਿਤਾ ਪੁੱਛਦੇ ਹੋਣੇ, ਸਾਡਾ ਬੱਚਾ ਯਾਰ ਨਾ ਇਰੀਟੇਟ ਹੁੰਦਾ, ਸਾਡਾ ਬੱਚਾ ਨਾ ਯਾਰ ਫੋਨ 'ਚ ਜ਼ਿਆਦਾ ਵੜਦਾ। ਮੈਂ ਕਈ ਵਾਰੀ ਪੁੱਛਦਾ ਹੁੰਦਾ ਵੀ ਤੁਹਾਡੇ ਕੋਲ ਲਾਇਬ੍ਰੇਰੀ ਹੈਗੀ ਹੈ? ਤੁਹਾਡੇ ਘਰੇ ਬੱਚੇ ਨੂੰ ਇਹੋ ਜਿਹਾ ਮਾਹੌਲ ਸਿਰਜੇ, ਤੁਸੀਂ ਬੱਚੇ ਦੇ ਇੰਟਰਸਟ ਦੀ ਚੀਜ਼ਾਂ, ਕੋਈ ਪੇਂਟਿੰਗਸ ਵਗੈਰਾ, ਰੰਗ ਰੰਗੋਲੀਆਂ, ਕੋਈ ਖੇਡਾਂ ਵਾਸਤੇ ਕੱਚੀ ਮਿੱਟੀ, ਆਲੇ ਦੁਆਲੇ ਕੁਛ ਇਹੋ ਜਿਹਾ ਕੁਛ ਮਾਹੌਲ ਸਿਰਜਿਆ ਹੋਇਆ? ਬਿਲਕੁਲ। ਕਹਿੰਦੇ ਨਾ ਯਾਰ ਇੰਨਾ ਟਾਈਮ ਕਿੱਥੇ ਹੈ। ਇਹੀ ਤਾਂ ਗੱਲ। ਤੁਸੀਂ ਇਹ ਸਭ ਚੀਜ਼ਾਂ ਕਿਵੇਂ ਮਹਿਸੂਸ ਕਰਦੇ ਹੋ? ਦੇਖੋ, ਮੈਂ ਇਸ ਚੀਜ਼ ਨੂੰ ਬਹੁਤ ਨੇੜਿਓਂ ਦੇਖਦਾ ਹਾਂ, ਕਿਉਂਕਿ ਬੱਚੇ ਨਾ 3-4 ਸਾਲ ਦੀ ਉਮਰ ਤੋਂ ਗੈਜਟਸ ਦੇ ਨਾਲ ਜੁੜ ਗਏ, ਮੋਬਾਈਲਾਂ ਦੇ ਨਾਲ ਜੁੜ ਗਏ। ਸਾਡੀਆਂ ਇਹ ਉਮਰਾਂ ਦੇ ਵਿੱਚ ਅਸੀਂ ਸਿਰਫ ਟੌਇਜ਼ ਨਾਲ ਖੇਡਦੇ ਹੁੰਦੇ ਸੀਗੇ। ਉਹ ਤੋਂ ਬਾਅਦ ਕੈਰਮ ਬੋਰਡ ਆ ਗਿਆ ਸੀਗਾ, ਫਿਰ ਸੱਪ ਸੀੜੀ ਵਾਲੀਆਂ ਆ ਗਈ ਸੀ, ਇੱਕ ਟਰੇ ਜਿਹੀ ਹੁੰਦੀ ਸੀ, ਉਹ 'ਚ 3-4 ਗੇਮਾਂ ਬਣੀਆਂ ਹੁੰਦੀਆਂ ਸੀ, ਉਹ ਖੇਡਦੇ ਰਹਿੰਦੇ ਹੁੰਦੇ ਸੀਗੇ। ਫਿਰ ਕਈ ਬੱਚੇ ਮਹੱਲਿਆਂ ਦੇ ਨੇ ਇਕੱਠੇ ਹੋ ਜਾਣਾ, ਛੂਣ ਛਲੀਕਾ ਖੇਲਣ ਲੱਗ ਜਾਣਾ। ਇਹ ਸੀਗੇ ਦਿਮਾਗੀ ਗੇਮਾਂ, ਐਨਰਜੀ ਵਾਲੀਆਂ, ਭੱਜਣਾ ਦੌੜਨਾ, ਡਾਈਜੈਸ਼ਨ ਸਿਸਟਮ ਵਧੀਆ ਰਹਿਣਾ, ਚੀਜ਼ਾਂ ਪਚ ਜਾਂਦੀਆਂ ਸੀਗੀਆਂ। ਅੱਜ ਕੱਲ੍ਹ ਮੈਦਾ ਵੀ ਦਿਨ, ਬਰਗਰ, ਪੀਜ਼ੇ, ਫਰੈਂਚ ਫਰਾਈਜ਼, ਹੋਰ ਲੱਲਾ ਭੱਬਾ, ਪਾਸਤੇ, ਨੂਡਲਸ, ਮੈਦਾ ਅੰਦਰ ਸਰੀਰਾਂ 'ਚ ਛੋਟੀਆਂ ਉਮਰਾਂ 'ਚ ਜਾ ਰਿਹਾ। ਕੋਲਡ ਡਰਿੰਕ ਇੰਨਾ ਜਾ ਰਿਹਾ, ਨਿਰਾ ਕੈਮੀਕਲ ਜਾ ਰਿਹਾ। ਤੇ ਬੱਚਿਆਂ ਨੂੰ ਡਿਪਰੈਸ਼ਨ 'ਚ ਜਾਣ ਤੋਂ ਕੌਣ ਬਚਾਊਗਾ? ਕੋਈ ਨਹੀਂ ਬਚਾ ਸਕਦਾ। ਤਾਂ ਹੀ ਕਹਿੰਦਾ ਮਾਪੇ ਬਹੁਤ ਲਾਈਟਲੀ ਲੈ ਰਹੇ ਬੱਚਿਆਂ ਦੀ ਪਰਵਰਿਸ਼ ਨੂੰ, ਜਦ ਕਿ ਸਮਾਂ ਹੁਣ ਆ ਗਿਆ ਵੀ ਬੱਚਿਆਂ ਦੀ ਬਹੁਤ ਨੇੜਿਓਂ ਤੇ ਬਰੀਕੀ 'ਚ ਪਰਵਰਿਸ਼ ਕਰਨ, ਤੇ ਉਹਨਾਂ ਨੂੰ ਜਿੰਨਾ ਹੋ ਸਕੇ ਆਪਣਾ ਟਾਈਮ ਉਹਨਾਂ ਨੂੰ ਦੇਣ, ਆਪਣੀਆਂ ਗੱਲਾਂ ਦੱਸਣ ਵੀ ਅਸੀਂ ਆਪਣੇ ਟਾਈਮ ਦੇ ਵਿੱਚ ਅਸੀਂ ਕਿੱਦਾਂ ਟਾਈਮ ਸਪੈਂਡ ਕਰਦੇ ਹੁੰਦੇ, ਕਿੱਦਾਂ ਖੇਲਦੇ ਹੁੰਦੇ ਸੀ, ਕੀ ਸਾਡਾ ਸੋਰਸ ਹੁੰਦਾ ਸੀਗਾ ਖੇਲਣ ਦਾ। ਅਸੀਂ ਮਾਮੇ ਚਾਚੇ ਤਾਇਆਂ ਦੇ ਇਕੱਠੇ ਹੋ ਕੇ ਸਾਰੇ ਭਾਈ ਭੈਣ ਅਸੀਂ ਫਲਾਣੀ ਜਗ੍ਹਾ ਜਾਂਦੇ ਹੁੰਦੇ ਸੀ, ਉੱਥੇ ਪੀਂਘ ਪਾਉਂਦੇ ਹੁੰਦੇ ਸੀ। ਪੀਂਘਾਂ ਵੀ ਹੁੰਦੀਆਂ ਸੀ ਉਸ ਸਮਿਆਂ ਦੇ ਵਿੱਚ, ਘਰਾਂ 'ਚ ਵੀ ਅੱਜ ਪੈ ਸਕਦੀਆਂ ਨੇ। ਬੱਚਿਆਂ ਨਾਲ ਜਿੰਨਾ ਹੋ ਸਕਦਾ ਮੈਕਸੀਮਮ ਲਾਈਵ ਗੇਮਸ ਖੇਲੋ, ਘਰੇ ਕ੍ਰਿਕਟ ਖੇਲੋ, ਛੂਣ ਛਲੀਕਾ ਖੇਲੋ, ਰੱਸੀ ਟੱਪਣਾ ਖੇਲੋ, ਜਿਹਨੂੰ ਆਪਾਂ ਸਕਿਪਿੰਗ ਕਹਿੰਦੇ ਆ। ਇਹ ਉਹ ਚੀਜ਼ਾਂ ਸਿਖਾਓ ਉਹਨਾਂ ਨੂੰ, ਤਾਂ ਕਿ ਉਹ ਫਿਜ਼ੀਕਲੀ ਤੇ ਮੈਂਟਲੀ ਫਿੱਟ ਰਹਿਣ। ਉਹਨਾਂ ਨੂੰ ਪ੍ਰੈਸ਼ਰ ਘਟਾ ਦਿਓ, ਇੱਕ ਚੀਜ਼ ਦੇ ਉੱਤੇ ਜ਼ੋਰ ਨਾ ਪਾਓ, ਪੜ੍ਹ, ਸਕੂਲ ਵੀ ਪੜ੍ਹ, ਟਿਊਸ਼ਨ ਵੀ ਪੜ੍ਹ, ਘਰੇ ਵੀ ਪੜ੍ਹ। ਗ੍ਰਹਿਣ ਤਾਂ ਉਹਨਾਂ ਨੂੰ ਉਨਾ ਕੇ ਕਰਨਾ ਜਿੰਨੀ ਕੁ ਦਿਮਾਗ 'ਚ ਜਗ੍ਹਾ ਹੈਗੀ ਆ। ਗ੍ਰਹਿਣ ਤਾਂ ਜ਼ਿਆਦਾ ਕਰਨਗੇ, ਚੀਜ਼ਾਂ ਨੂੰ ਅਡੈਪਟ ਤਾਂ ਜ਼ਿਆਦਾ ਕਰਨਗੇ ਜਦੋਂ ਸੋਚ ਵੱਡੀ ਹੋਊਗੀ ਤੇ ਬ੍ਰੇਨ ਦੀ ਐਕਸਰਸਾਈਜ਼ ਹੋਊਗੀ, ਗਰੂਮਿੰਗ ਹੋਊਗੀ। ਆਈਡੀਆਜ਼ ਬਣਨਗੇ ਕਿਵੇਂ? ਜਦੋਂ ਖੇਲਣਗੇ, ਜਦੋਂ ਆਪਣੇ ਆਪ ਇੰਡੀਪੈਂਡੈਂਟ ਡਿਸੀਜਨ ਲੈਣਗੇ ਵੀ ਨਹੀਂ ਮੈਂ ਇੱਦਾਂ ਨਹੀਂ, ਇੱਦਾਂ ਫੜਨਾ ਇਹਨੂੰ, ਇੱਦਾਂ ਨਹੀਂ ਮੈਂ ਆ ਕੇ ਮੈਂ ਇੱਦਾਂ ਖੇਲਣੀ ਹੈ। ਇਹ ਆਈਡੀਆ ਆਪਣੇ ਆਪ ਆ ਰਿਹਾ ਨਾ। ਇਹ ਚੀਜ਼ਾਂ ਵੱਲ ਵਧਣ ਦੋ ਬੱਚਿਆਂ ਨੂੰ। ਉਹ 6-7 ਸਾਲ ਦੀ ਉਮਰ ਤੱਕ ਨਾ ਰੋਕੋ ਉਹਨਾਂ ਨੂੰ ਖੁੱਲ੍ਹ ਕੇ ਖੇਲਣ ਦਿਓ, ਇੰਜੋਏ ਕਰਨ ਦਿਓ ਲਾਈਫ ਨੂੰ। ਪੜ੍ਹਾਈ ਤਾਂ ਸਾਰੀ ਉਮਰ ਹੀ ਕਰਨੀ ਹੈ ਫਿਰ ਉਹਨਾਂ ਨੇ। ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਾਚਿਆ, ਬਿਲਕੁਲ ਪੜ੍ਹਿਆ, ਬਿਲਕੁਲ ਸਮਝਿਆ। ਬਿਲਕੁਲ ਇਹੀ ਗੱਲ ਅਸੀਂ ਕਈ ਵਾਰੀ ਸਾਡੇ ਵੱਡੇ ਵਡੇਰੇ, ਸਾਡੇ ਬੁੱਧੀਜੀਵੀ ਕਹਿੰਦੇ ਹੁੰਦੇ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਨੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਨਹੀਂ ਮੰਨਦਾ। ਬਿਲਕੁਲ। ਮੈਂ ਇਹੀ ਪੁੱਛਣਾ ਚਾਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਬਹੁਤ ਖੂਬਸੂਰਤ ਗੱਲ ਕਹੀ, ਕਿਸੇ ਨਿਰੇ ਪੁਰੇ ਧਰਮ ਨਾਲ ਜੋੜ ਕੇ ਨਾ ਦੇਖੋ। ਅਸਲ ਜੋ ਮਨੁੱਖੀ ਜ਼ਿੰਦਗੀ ਦੀ ਖੂਬਸੂਰਤੀ ਲਈ ਹੈ, ਜ਼ਿੰਦਗੀ ਜਿਉਣ ਦਾ ਢੰਗ, ਆਚਾਰ, ਇਹ ਸਭ ਚੀਜ਼ਾਂ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਮਿਲ ਜਾਂਦੀਆਂ ਨੇ। ਬਿਲਕੁਲ ਬਿਲਕੁਲ। ਤੁਹਾਨੂੰ ਕੀ ਲੱਗਦਾ ਹੈ ਕਿ ਮਨੁੱਖ ਨੂੰ, ਪੂਰੀ ਦੁਨੀਆ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਸਮਝਣਾ ਚਾਹੀਦਾ ਹੈ? ਦੇਖੋ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਨਾ, ਇਹ ਅਸਲ 'ਚ ਪੂਰੀ ਮਨੁੱਖਤਾ ਲਈ ਸਿਰਜੀ ਗਈ ਆ ਜੀ। ਪਹਿਲਾਂ ਇਹ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੋਂ ਪਹਿਲਾਂ ਚੱਲ ਕੇ ਦੇਖੋ ਪਿੱਛੇ ਵੀ ਉਦੋਂ ਸਮਾਂ ਕਿੱਦਾਂ ਦਾ ਸੀਗਾ। ਉਦੋਂ ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਨਾ ਵੀ ਨੀਵੀਂ ਜਾਤ ਦੇ ਨੇ ਇਹ, ਵੀ ਇਹ ਫਲਾਣੀ ਦੇ ਨੇ ਇਹਨਾਂ ਨੂੰ ਧਾਰਮਿਕ ਗ੍ਰੰਥ ਪੜ੍ਹਨ ਦਾ ਅਧਿਕਾਰ ਨਹੀਂ ਹੈਗਾ। ਇਹ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਦੀਆਂ ਗੱਲਾਂ ਨੇ। ਉਦੋਂ ਇਹਨਾਂ ਨੂੰ ਅਧਿਕਾਰ ਨਹੀਂ ਸੀਗਾ ਦਿੱਤਾ ਗਿਆ ਸੀ, ਸਿਰਫ ਅਧਿਕਾਰ ਸੀਗਾ ਬ੍ਰਾਹਮਣ ਕੋਲ ਸੀਗਾ। ਉਹ ਪੜ੍ਹ ਸਕਦਾ ਸੀ, ਸੁਣ ਸਕਦਾ ਸੀ, ਉਹਨੂੰ ਗਾ ਸਕਦਾ ਸੀ ਜਾਂ ਬੋਲ ਸਕਦਾ ਸੀਗਾ। ਤੇ ਗੁਰੂ ਨਾਨਕ ਸਾਹਿਬ ਨੇ ਫਿਰ ਇੱਕ ਗੱਲ ਕਹੀ ਸੀ ਵੀ ਤੁਸੀਂ ਤਾਂ ਪੜ੍ਹ ਲਿਆ ਗਿਆਨ, ਤੁਸੀਂ ਤਾਂ ਸਮਝ ਲਿਆ, ਵੀ ਜਿਹੜੀ ਬਾਕੀ ਦੁਨੀਆ ਇਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਮਨੁੱਖਾ ਜੀਵਨ ਦਾ ਮਨੋਰਥ ਕੀ ਹੈ, ਇਹ ਜੀਣੀ ਕਿਵੇਂ ਹੈ, ਇਹ ਸਮਝਣੀ ਕਿਵੇਂ ਹੈ।
ਉਦੋਂ ਦੇ ਧਾਰਮਿਕ ਕੱਟੜਵਾਦ ਲੀਡਰਾਂ ਨੇ ਧਰਮ ਨੂੰ ਆਪਣੇ ਹੱਥ 'ਚ ਰੱਖਿਆ ਹੋਇਆ ਸੀਗਾ, ਚਾਹੇ ਉਹ ਮੁਸਲਮਾਨਾਂ ਵੱਲੋਂ ਸੀ, ਚਾਹੇ ਉਹ ਹਿੰਦੂਆਂ ਵੱਲੋਂ ਸੀ, ਕਿਸੇ ਵੱਲੋਂ ਵੀ ਸੀਗਾ। ਤੇ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਸਾਹਿਬ ਨੇ ਆ ਕੇ ਇਹ ਪ੍ਰਮਾਤਮਾ ਦਾ ਗਿਆਨ ਐ ਵੰਡਦਾ ਖੁੱਲਾ ਚੱਕ। ਤੂੰ ਪੜ੍ਹਨਾ, ਤੈਨੂੰ ਸ਼ੂਦਰ ਕਿਹਾ ਜਾਂਦਾ, ਲੈ ਤੂੰ ਵੀ ਪੜ੍ਹ, ਸੁਣ ਉਹਦੀ ਬਾਣੀ, ਸੁਣ ਉਸ ਅੱਲਾ ਪਾਕ। ਦੇਖੋ, ਅੱਲਾ ਪਾਕਮ ਪਾਕ ਹੈ, ਸ਼ੱਕ ਕਰੂੰ ਜੇ ਦੂਸਰ ਹੋਏ। ਹੁਣ ਅੱਲਾ ਨਾਮ ਲੈ ਲਿਆ, ਕਿਸੇ ਹੋਰ ਜਿਹੜੇ ਹਿੰਦੂ ਧਰਮ ਲਿਟਰੇਚਰ 'ਚ ਲੈ ਕੇ ਦਿਖਾਓ, 'ਚ ਕਿਤੇ ਹੈਗਾ? ਨਹੀਂ ਹੈਗਾ। ਜੀ ਜੀ ਜੀ। ਗੁਰੂ ਨਾਨਕ ਸਾਹਿਬ ਨੇ ਕਿਹਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵ ਹੈ ਗੁਸਈਆਂ, ਕੋਈ ਅੱਲਾ ਹੈ। ਵੀ ਕੋਈ ਕੁਛ ਮਰਜ਼ੀ ਕਰੀ ਜਾਵੇ, ਕੋਈ ਫਰਕ ਨਹੀਂ ਪੈਂਦਾ, ਨਾਮ ਮਤਲਬ ਤਾਂ ਪਰਮਾਤਮਾ ਦਾ ਨਾਮ ਜਪਣ ਨਾਲ ਹੈ। ਸੋ ਇਹਦੇ ਵਿੱਚ ਤਾਂ ਹੀ ਕਿਹਾ ਵੀ ਸਾਰੇ ਸਮਾਜ ਦਾ ਸਾਂਝਾ ਗ੍ਰੰਥ ਹੈ, ਸਾਂਝੀ ਬਾਣੀ ਹੈ, ਸਾਂਝੀ ਮਨੁੱਖਤਾ ਨੂੰ ਇਹ ਸੰਦੇਸ਼ ਦੇਣ ਦੀ ਬਾਣੀ ਹੈ। ਕੋਈ ਮੁਸਲਮਾਨ ਪੜ੍ਹੇ, ਉਹਨੂੰ ਗਿਆਨ ਮਿਲੂ, ਕਿਉਂਕਿ ਉਹਨੂੰ ਸੰਬੋਧਨ ਕਰਕੇ ਕਈ ਗੱਲਾਂ ਕਹੀਆਂ ਗੁਰੂ ਨਾਨਕ ਸਾਹਿਬ ਨੇ ਵੀ ਤੂੰ ਇਹ ਗਲਤ ਕਰ ਰਿਹਾ, ਤੂੰ ਇਹ ਸਹੀ ਕਰ ਰਿਹਾ। ਐਵੇਂ ਹਿੰਦੂ ਨੂੰ ਕਹੀਆਂ, ਐਵੇਂ ਸਿੱਖ ਨੂੰ ਕਹੀਆਂ, ਸਭ ਨੂੰ ਕਹੀਆਂ ਗਈਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨੀ ਕੁ ਜ਼ਰੂਰੀ ਹੈ ਪੜ੍ਹਨੀ, ਜਿੰਨੀ ਤੁਹਾਡੇ ਲਈ ਮੈਥ ਪੜ੍ਹਨਾ ਜ਼ਰੂਰੀ ਹੈ, ਜਿੰਨੀ ਸਾਇੰਸ ਪੜ੍ਹਨੀ ਜ਼ਰੂਰੀ ਹੈ, ਜਿੰਨੀ ਇੰਗਲਿਸ਼ ਪੜ੍ਹਨੀ ਜ਼ਰੂਰੀ ਹੈ। ਇਹ ਉਹ ਤੋਂ ਵੀ ਵੱਧ ਜ਼ਰੂਰੀ ਹੈ ਪੜ੍ਹਨਾ, ਕਿਉਂਕਿ ਮੈਥ ਸਾਇੰਸ ਦਾ ਪਤਾ ਨਹੀਂ ਕਿਸੇ ਲੈਵਲ ਦੇ ਕਿਸੇ ਏਜ ਦੇ ਵਿੱਚ ਜਾ ਕੇ ਨਹੀਂ ਵੀ ਲੋੜ ਪੈਣੀ ਤੁਹਾਨੂੰ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਹਾਨੂੰ ਉਮਰ ਦੇ ਆਖਰੀ ਲੰਮੇ, ਆਖਰੀ ਸਾਹ ਤੱਕ ਵੀ ਲੋੜ ਪੈਣੀ ਹੈ ਇਹਦੀ, ਇੰਨੀ ਜ਼ਰੂਰੀ ਹੈ ਇਹ। ਤੇ ਮੈਂ ਬੇਨਤੀ ਕਰਦਾ ਧਾਰਮਿਕ ਆਗੂਆਂ ਨੂੰ, ਗੁਰੂ ਗ੍ਰੰਥ ਸਾਹਿਬ ਸਿੱਖਾਂ ਦਿਆਂ ਨੂੰ, ਤੁਸੀਂ ਥੋੜੀ ਕੱਟੜਵਾਦ ਤੱਕ ਘਟਾਓ, ਕਿਉਂਕਿ ਲੋਕੀ ਮੈਨੂੰ ਵੀ ਬਹੁਤ ਗਾਲਾਂ ਕੱਢਦੇ ਆ, ਮੈਨੂੰ ਗਾਲਾਂ ਕੱਢਣਗੇ ਵੀ ਤੂੰ ਦਾੜੀ ਕੱਟ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੱਲ ਕਰਦਾ, ਪੰਕਤੀਆਂ ਬੋਲਦਾ। ਉਹ ਭਾਈ, ਜਦੋਂ ਦੁਨੀਆ ਗੁਰੂ ਨਾਨਕ ਸਾਹਿਬ ਕਹਿ ਰਹੇ, ਤੁਸੀਂ ਆਪ ਤਾਂ ਕਹਿ ਰਹੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੋਈ ਵੀ ਪੜ੍ਹ ਸਕਦਾ ਹੈ, ਇਹਨੂੰ ਕੋਈ ਵੀ ਸੁਣ ਸਕਦਾ ਹੈ, ਇਹਦੇ ਕੋਈ ਵੀ ਇਹਨੂੰ ਅਡੈਪਟ ਕਰਕੇ ਆਪਣਾ ਜੀਵਨ ਬਦਲ ਸਕਦਾ ਹੈ, ਫਿਰ ਨਾਲੇ ਤੁਸੀਂ ਕਹਿੰਦੇ ਤੂੰ ਸਿਰਫ ਦਾੜੀ ਰੱਖ ਤਾਂ ਤੂੰ ਇਹਦੇ ਬਾਰੇ ਗੱਲ ਕਰ। ਇਹਦਾ ਮਤਲਬ ਤੁਸੀਂ ਗਲਤ ਹੋ। ਅਸੀਂ ਤਾਂ ਪੜ੍ਹ ਰਹੇ ਹਾਂ, ਅਸੀਂ ਤਾਂ ਸੁਣ ਰਹੇ ਹਾਂ, ਅਸੀਂ ਤਾਂ ਉਹਦੇ ਬਾਰੇ ਗੱਲ ਵੀ ਕਰ ਰਹੇ ਹਾਂ, ਅਸੀਂ ਚਰਚਾ ਵੀ ਕਰ ਰਹੇ ਹਾਂ, ਵਿਚਾਰ ਵੀ ਕਰ ਰਹੇ, ਕਿਉਂਕਿ ਉਹ ਆਨੰਦ ਹੀ ਬਹੁਤ ਆਉਂਦਾ ਗੁਰਬਾਣੀ ਦੀ ਵਿਚਾਰ ਕਰਕੇ। ਸੋ ਤੁਸੀਂ ਕੱਟੜਤਾਵਾਦ ਚੋਂ ਬਾਹਰ ਨਿਕਲੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਕੱਟੜਵਾਦ ਤੋਂ ਬਹੁਤ ਦੂਰ ਰੱਖਦੀ ਹੈ। ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਹਿਲੇ ਅੰਗ ਤੋਂ ਲੈ ਕੇ 1430 ਅੰਗ ਤੱਕ ਪੜ੍ਹ ਲਈ, ਉਹਦੇ ਅੰਦਰੋਂ ਬਿਲਕੁਲ ਵੈਰ ਵਿਰੋਧਤਾ, ਕਲੇਸ਼, ਕੱਟੜਵਾਦਤਾ ਖਤਮ ਹੋਇਆ ਲਓ। ਤੇ ਇਹੀ ਚੀਜ਼ ਆਪਾਂ ਚਾਹੁੰਦੇ ਹਾਂ, ਸਮਾਜ ਨੂੰ ਵਧੀਆ ਇਹੀ ਚੀਜ਼ ਤਾਂ ਬਣਾਉਂਦੀ ਹੈ ਵੀ ਕੱਟੜਵਾਦਤਾ ਨਹੀਂ ਹੈਗੀ ਇਹਦੇ ਅੰਦਰ। ਇੰਨੀ ਜੀ ਗੱਲ ਮੈਂ ਕਹਿਣਾ ਚਾਹੁੰਦਾ ਸੀਗਾ। ਤੁਸੀਂ ਸੁਣਿਆ ਰਣਦੀਪ ਸਿੰਘ ਲਾਈਫ ਕੋਚ ਨੂੰ, ਜ਼ਿੰਦਗੀ ਦੀਆਂ ਬਹੁਤ ਖੂਬਸੂਰਤ ਗੱਲਾਂ ਇਹਨਾਂ ਨੇ ਆਪਣੀ ਜ਼ੁਬਾਨੀ ਦੱਸੀਆਂ। ਬਹੁਤ ਸਾਰੇ ਲੋਕਾਂ ਨੂੰ, ਇਸ ਵੀਡੀਓ ਨੂੰ ਦੇਖ ਰਹੇ ਦਰਸ਼ਕਾਂ ਨੂੰ ਰਣਦੀਪ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤੀ ਹੁੰਦੀ ਹੋਊਗੀ, ਬਹੁਤ ਸਾਰਿਆਂ ਨਾਲ ਅਸਹਿਮਤੀ ਹੁੰਦੀ ਹੋਊਗੀ, ਪਰ ਸਾਨੂੰ ਇਹ ਗੱਲਾਂ ਬਹੁਤ ਖੂਬਸੂਰਤ ਲੱਗੀਆਂ। ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤਾਂ ਹੋਰਾਂ ਲੋਕਾਂ ਤੱਕ ਸਾਂਝਾ ਕਰਿਓ। ਬਣੇ ਰਹੋ ਸਿਰਲੇਖ ਦੇ ਨਾਲ।